एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। गुर प्रसाद वाहिगुरु जी सूही महला पंजवा। अब चलो नगर गोबिंद गुरु का नाम जपत सुख पाया। अब चल नगर गोविंद गुरु का नाम जपत सुख पाया। मन नाम जपत सुख पाया राम। मन इच्छे से फल पाई करतै आप बसाया राम। करतै आप बसाया सर्ब सुख पाया। पुत भाई सिख बगासे गुण गावै पूरन परमेश्वर। गुण गावै पूरन परमेश्वर। कारज आया रासे प्रभ आप स्वामी आपे रखा। आप पिता आप माया कहो नानक सतगुर बलिहारी। जिन एह थान सुहाया कहो नानक सतगुर बलिहारी। जिन एह थान सुहाया। चबर शतर तख दे मालक साहिब श्री गुरु ग्रंथ साहिब महाराज सच्चे पातशाह जी दी हजूरी दे विच जुड़ बैठे गुरु प्यारेओ, आप सारे ही धनता दे जोग हों, बड़े भाग ने। सतगुरां दी पावन बाणी सुनन समझण दे लई आपां गुरु चरणां दे विच जुड़ बैठदे हां। आओ गुरफतेह दी सांझ पाईए, विचार दी आरंभता करिए। सब ने बोलना जी आखियो वाहिगुरु जी का खालसा वाहिगुरु जी की फतेह।
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸ਼ਬਦ ਦੇ ਵਿੱਚੋਂ ਸੂਹੀ ਰਾਗ ਦੇ ਅੰਦਰ ਸਾਡੀ ਝੋਲੀ ਦੇ ਵਿੱਚ ਇੱਕ ਪਦਾ ਪਾਇਆ ਹੈ। ਮਤਲਬ ਸ਼ਬਦ ਦਾ ਇੱਕ ਪਹਿਲਾ ਹਿੱਸਾ ਸਾਡੀ ਝੋਲੀ ਦੇ ਵਿੱਚ ਵਾਹਿਗੁਰੂ ਜੀ ਨੇ ਪਾਇਆ ਹੈ। ਸ਼ਬਦ ਦੇ ਬੋਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਨੂੰ ਆਪਾਂ ਪੜ੍ਹਿਆ ਹੁਣੇ। ਫਿਰ ਦੁਬਾਰਾ ਇੱਕ ਇੱਕ ਪੰਕਤੀ ਪੜ੍ਹ ਕੇ ਉਸੇ ਪੰਕਤੀ ਦੀ ਵਿਚਾਰ ਕਰੀਏ। ਅਬ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਜਿਸ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜ਼ਿਕਰ ਕੀਤਾ, ਅਬ ਚਿਲ ਨਗਰ ਗੁਰੂ ਗੋਬਿੰਦ ਕਾ, ਨਾਮ ਜਪਤ ਸੁਖ ਪਾਇਆ ਰਾਮ। ਅਬਚਲ ਦਾ ਅਰਥ ਕੀ ਹੈ? ਕਦੇ ਨਾ ਨਾਸ ਹੋਣ ਵਾਲਾ, ਜਿਹੜਾ ਕਦੇ ਵੀ ਨਾ ਖਤਮ ਹੋਵੇ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਨਗਰ, ਤੇ ਨਗਰ ਦਾ ਅਰਥ ਵੈਸੇ ਆਪਾਂ ਸਾਰੇ ਜਾਣਦੇ ਹਾਂ। ਨਗਰ ਤੋਂ ਭਾਵ ਪਿੰਡ। ਜਿਵੇਂ ਆਪਾਂ ਕਹਿੰਦੇ ਨਗਰ ਨਿਵਾਸੀ, ਨਗਰ ਦੇ ਵਿੱਚ ਜਿਨ੍ਹਾਂ ਦਾ ਵਾਸਾ ਹੈ। ਹੁਣ ਇਹ ਵੀ ਆਪਾਂ ਨੂੰ ਪਤਾ, ਬਹੁਤੇ ਉਹ ਨਗਰ ਨੇ ਜਿਹੜੇ ਕਈ ਵਾਰੀ ਨਾਸ ਹੋ ਚੁੱਕੇ ਨੇ, ਖਤਮ ਹੋ ਚੁੱਕੇ ਨੇ। ਬਹੁਤੇ ਨਗਰ ਨੇ ਜੇ ਆਪਾਂ ਗਿਣਤੀ ਕਰੀਏ ਤਾਂ ਕਾਫੀ ਗਿਣਤੀ ਵਿੱਚ ਸਾਡੇ ਸਾਹਮਣੇ ਇੱਕ ਪ੍ਰੈਕਟੀਕਲ ਰੂਪ ਦੇ ਵਿੱਚ ਆ ਜਾਵੇਗਾ, ਸਾਰੇ ਦਾ ਸਾਰਾ ਨਮੂਨਾ। ਤੇ ਜਿਹੜੇ ਨਗਰਾਂ ਦੇ ਵਿੱਚ ਲੋਕ ਰਹਿੰਦੇ ਨੇ ਉਹ ਵੀ ਨਾਸ ਹੁੰਦੇ ਨੇ। ਜੋ ਧਰਤੀ ਤੇ ਜੀਵ ਨੇ, ਕੋਈ ਬਨਸਪਤੀ ਦਾ ਰੂਪ, ਰੁੱਖਾਂ ਦਾ ਰੂਪ, ਪਸ਼ੂਆਂ ਦਾ ਰੂਪ, ਪੰਛੀਆਂ ਦਾ ਰੂਪ, ਸਭ ਨਾਸ ਹੋਣ ਵਾਲੇ ਨੇ। ਸਦਾ ਸਥਿਰ ਰਹਿਣ ਵਾਲਾ ਤਾਂ ਕੋਈ ਨਹੀਂ ਨਾ। ਜਿਹੜੇ ਨਾਸ ਹੋਣ ਵਾਲੇ ਨੇ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ, ਤੇ ਜਿਹੜੇ ਨਵੇਂ ਆਉਣ ਵਾਲੇ ਨੇ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ। ਜਿੰਮੀ ਪੁੱਛੈ ਅਸਮਾਨ ਖੇਵਟ ਕਿਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ ਸਹੀ। ਧਰਤੀ ਤੇ ਅਸਮਾਨ ਦੇ ਵਿਚਕਾਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਗੱਲ ਹੁੰਦੀ ਆ, ਜਿੰਮੀ ਜ਼ਮੀਨ ਪੁੱਛੈ, ਕਿਹਨੂੰ ਪੁੱਛਦੀ ਆ? ਅਸਮਾਨ ਨੂੰ। ਖੇਵਟ ਕਿਨ ਗਏ, ਇਸ ਧਰਤੀ ਤੋਂ ਕਿੰਨੇ ਕੁ ਚਲੇ ਗਏ? ਅਸਮਾਨ ਜਵਾਬ ਦਿੰਦਾ, ਕਹਿੰਦਾ ਮੈਨੂੰ ਨਹੀਂ ਪਤਾ, ਤੇਰੀ ਕੁੱਖ ਦੇ ਵਿੱਚ ਹੀ ਜੰਮਦੇ ਨੇ, ਤੇਰੀ ਕੁੱਖ ਦੇ ਵਿੱਚ ਹੀ ਮਰਦੇ ਨੇ, ਮੈਨੂੰ ਉਹਨਾਂ ਦੀ ਬਾਰੇ ਕੋਈ ਗਿਣਤੀ ਨਹੀਂ ਹੈ। ਜਾਂ ਤੂੰ ਦੱਸ ਸਕਦੀ ਹੈ ਜਾਂ ਪਰਮਾਤਮਾ ਦੱਸ ਸਕਦਾ। ਖੇਵਟ ਕਿਨ ਗਏ, ਕਿੰਨੇ ਕੁ ਵਾਗੇ ਇੱਥੋਂ, ਕੋਈ ਗਿਣਤੀ ਨਹੀਂ। ਕਹਿਣ ਤੋਂ ਮੁਰਾਦ ਧਰਤੀ ਤੇ ਰਹਿਣ ਵਾਲੇ ਅਨੇਕਾਂ ਜੀਵ ਨਾਸ ਹੁੰਦੇ ਨੇ, ਤੇ ਨਾਸ ਹੋਣ ਵਾਲਿਆਂ ਦੀ ਗਿਣਤੀ ਵੀ ਕੋਈ ਨਹੀਂ, ਤੇ ਜਿਹੜੇ ਆਉਣ ਵਾਲੇ ਨੇ ਉਹਨਾਂ ਦੀ ਗਿਣਤੀ ਕੋਈ ਨਹੀਂ। ਇਹ ਤਾਂ ਇੱਕ ਰੁੱਖ ਦੀ ਨਿਆਈ ਹੈ, ਜਿਵੇਂ ਰੁੱਖ ਤੇ ਪੁਰਾਣੇ ਪੱਤੇ ਝੜ ਜਾਂਦੇ ਤੇ ਨਵੇਂ ਆ ਜਾਂਦੇ ਨੇ। ਅਗਲੀ ਗੱਲ, ਹੁਣ ਪੂਰੀ ਦੁਨੀਆ ਦੇ ਵਿੱਚ ਆਪਾਂ ਉਹ ਸ਼ਹਿਰ ਲੱਭ ਗਏ ਜਿੱਥੇ ਜਿਹੜੇ ਸ਼ਹਿਰ ਦਾ, ਜਿਹੜੇ ਨਗਰ ਦਾ ਨਾਸ ਨਾ ਹੁੰਦਾ ਹੋਵੇ। ਉਹ ਆਪਾਂ ਪਿੱਛੇ ਵਿਚਾਰ ਸੁਣੀ ਆ ਵੀ ਗੁਰੂ ਸਾਹਿਬ ਜੀ ਨੇ ਇੱਕ ਜ਼ਿਕਰ ਕੀਤਾ ਸੀ, ਨਾ ਨਾਸ ਹੋਣ ਦੇ ਸੰਬੰਧੀ ਅਬਚਲ ਨਗਰ। ਹੁਣ ਉਹ ਨਗਰ ਕਿਹੜਾ ਗਾ? ਉਹ ਨਗਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਖੁਦ ਇੱਕ ਆਤਮਾ ਰੂਪੀ ਨਗਰ ਬਣਾਇਆ, ਜਿਹਦੇ ਵਿੱਚ ਉਹਦਾ ਆਪਣਾ ਵਾਸਾ ਹੈ।
ਉਹ ਨਗਰ ਆਤਮਾ ਰੂਪੀ ਨਗਰ, ਨਗਰ ਦੇ ਵਿੱਚ ਉਹਦਾ ਆਪਣਾ ਵਾਸਾ ਹੈ ਤੇ ਉਹ ਨਗਰ ਗਾਹਾਂ ਅੱਗੇ ਇੱਕ ਪਿੰਡ ਵਿੱਚ ਵਸਦਾ ਹੈ। ਉਹ ਪਿੰਡ ਦਾ ਨਾਂ ਹੈ ਸਰੀਰ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਉਸ ਪਿੰਡ ਵਿੱਚ ਰਹਿੰਦਿਆਂ ਹੋਇਆਂ ਉਸ ਆਤਮਾ ਵਿੱਚ ਪਰਮਾਤਮਾ ਦਾ ਖਾਣਾ ਦਾਣਾ ਬਣਦਾ, ਉਹਦੀ ਰਿਹਾਇਸ਼ ਦਾ, ਸਹੂਲਤਾਂ ਦਾ ਪ੍ਰਬੰਧ ਹੈ। ਹੁਣ ਸਤਿਗੁਰੂ ਪਾਤਸ਼ਾਹ ਨੇ ਇਸ਼ਾਰਾ ਕੀ ਕੀਤਾ, ਹੇ ਭਾਈ ਗੁਰੂ ਦੀ ਸ਼ਰਨ, ਜਾਂ ਇਉਂ ਕਹਿ ਲਓ ਪਰਮਾਤਮਾ ਦਾ ਵਾਸਾ ਮਨੁੱਖੀ ਆਤਮਾ ਵਿੱਚ ਹੈ ਤੇ ਆਤਮਾ ਗੁਰੂ ਪਰਮਾਤਮਾ ਨਾਲ ਜੁੜੀ ਹੋਵੇ, ਇਹੀ ਹੀ ਆਤਮਾ ਕਦੇ ਨਾਸ ਨਹੀਂ ਹੁੰਦੀ। ਸਰੀਰ ਤਾਂ ਨਾਸ ਹੁੰਦਾ ਨਾ, ਸਰੀਰ ਤਾਂ ਨਾਸਵੰਤ, ਉਹਦੀ ਗੱਲ ਤਾਂ ਆਪਾਂ ਕਰ ਲਈ, ਪਰ ਜਿਹੜੀ ਸਰੀਰ ਵਿੱਚ ਆਤਮਾ ਉਹ ਨਾਸ ਨਹੀਂ ਹੁੰਦੀ। ਆਤਮਾ ਅੱਗੇ ਆਪਣਾ ਜਾਮਾ ਬਦਲ ਜਾਂਦੀ ਹੈ, ਜਿਹਨੂੰ ਆਪਾਂ ਪੁਸ਼ਾਕ ਕੱਪੜੇ ਕਹਿ ਦਈਏ। ਅੱਜ ਮਨੁੱਖਾ ਜੀਵਨ ਆ, ਕੱਲ ਨੂੰ ਕੋਈ ਹੋਰ ਮਿਲ ਸਕਦਾ। ਇਦਾਂ ਗੁਰੂ ਪਾਤਸ਼ਾਹ ਜੀ ਨੇ ਇੱਥੇ ਇਸ਼ਾਰਾ ਕਰ ਦਿੱਤਾ, ਸਾਨੂੰ ਸਮਝਾ ਦਿੱਤਾ ਵੀ ਇੱਕ ਗੁਰੂ ਪਰਮਾਤਮਾ ਤੇ ਪਰਮਾਤਮਾ ਦਾ ਆਤਮਾ ਨਾਲ ਸੁਮੇਲ ਹੈ, ਇਹ ਨਾਸ ਨਹੀਂ ਹੁੰਦੇ। ਬਾਕੀ ਸਭ ਕੁਝ ਨਾਸਵੰਤ ਹੈ। ਜਿਸ ਗੁਰੂ ਨੇ ਇਹ ਗਿਆਨ ਦਿੱਤਾ, ਫਿਰ ਉਸ ਗੁਰੂ ਨੇ ਇੱਕ ਕਲਾ ਵੀ ਵਿਖਾਈ ਆ। ਉਸੇ ਗੁਰੂ ਨੇ ਇੱਕ ਕਲਾ ਕਹਿ ਲੋ, ਕੌਤਕ, ਇੱਕ ਸ਼ਕਤੀ ਕਹਿ ਲੋ। ਸ਼ਕਤੀ ਦਾ ਅਰਥ ਵੀ ਕੌਤਕ ਕਲਾ ਹੀ ਹੁੰਦੀ ਹੈ, ਤਾਕਤ ਹੁੰਦਾ। ਉਹਨੇ ਇੱਕ ਤਾਕਤ ਵੀ ਵਿਖਾਈ ਆ। ਉਹ ਤਾਕਤ ਕਿਹੜੀ ਵਿਖਾਈ ਆ? ਉਸੇ ਗੁਰੂ ਨੇ ਇੱਕ ਸਾਨੂੰ ਅਬਚਲ ਨਗਰ ਦਾ ਥੋੜਾ ਜਿਹਾ ਨਮੂਨਾ ਬਣਾ ਕੇ, ਇੱਕ ਫੋਟੋ ਬਣਾ ਕੇ ਵੀ ਦਿਖਾਈ ਹੈ, ਦੱਸੀ ਸਾਨੂੰ ਵੀ ਆਹ ਅਬਚਲ ਨਗਰ ਦੇ ਦਿੱਤਾ ਤੁਹਾਨੂੰ, ਇਹ ਕਦੇ ਨਗਰ ਨਾਸ ਨਹੀਂ ਹੋਵੇਗਾ। ਇਹ ਸੰਕੇਤ ਦੇ ਦਿੱਤਾ ਸਾਨੂੰ, ਜਿੱਥੇ ਕਿ ਆਪਾਂ ਸਾਰੇ ਜਾਣਦੇ ਆ ਉਹ ਨਗਰ ਜਿਹਨੂੰ ਆਪਾਂ ਅੱਜ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਦੀ ਧਰਤੀ, ਉਸ ਨਗਰ ਨੂੰ ਅਬਚਲ ਨਗਰ ਦਾ ਨਾਮ ਦਿੱਤਾ ਗਾ। ਉਹ ਅਬਚਲ ਨਗਰ ਦਾ ਨਾਮ ਕੀ ਨਹੀਂ ਦਿੱਤਾ ਗਾ? ਥੋੜਾ ਜਿਹਾ ਸੰਖੇਪ ਇਤਿਹਾਸਕ ਤੱਥ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜੋ ਕਿ ਗੋਦਾਵਰੀ ਦੇ ਕੰਢੇ ਤੇ ਵਸਿਆ ਹੋਇਆ ਇੱਕ ਸ਼ਹਿਰ ਹੈ, ਨਗਰ ਹੈ, ਜਿਹਦਾ ਨਾਮ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਰੱਖਿਆ। ਹੁਕਮਨਾਮਾ ਗੁਰੂ ਸਾਹਿਬ ਤੋਂ ਪ੍ਰਾਪਤ ਕੀਤਾ ਨਾ, ਤੇ ਹੁਕਮਨਾਮੇ ਦੇ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਇਹ ਨਾਮ ਪਾ ਦਿੱਤਾ, ਅਬਚਲ। ਉਹ ਅੱਜ ਦਾ ਆਪਾਂ ਸ਼ਬਦ ਦਾ ਇੱਕ ਹਿੱਸਾ ਪੜਿਆ ਗਾ। ਇਹੀ ਹੁਕਮਨਾਮਾ ਸਾਹਿਬ ਉੱਥੇ ਮੋਟੇ ਅੱਖਰਾਂ ਦੇ ਵਿੱਚ ਲਿਖ ਕੇ ਵੀ ਲਾਇਆ ਗਿਆ, ਅਬਚਲ ਨਗਰ ਗੁਰੂ ਗੋਬਿੰਦ ਕਾ ਨਾਮ ਜਪਤ ਸੁਖ ਪਾਇਆ ਰਾਮ। ਤੇ ਇਸ ਸ਼ਹਿਰ ਵਿੱਚ ਰਹਿੰਦੇ ਆ, ਨਾਮ ਜਪਦੇ ਆ, ਮਤਲਬ ਭਲਾਈ ਦੇ, ਸਮਾਜਿਕ ਚੰਗੇ ਕੰਮ ਕਰਦਿਆਂ ਹੀ ਸੁੱਖ ਪ੍ਰਾਪਤ ਹੁੰਦਾ। ਉਦਾਂ ਸੁੱਖ ਨਹੀਂ ਮਿਲਦਾ। ਉਦਾਂ ਤਾਂ ਉਸ ਨਗਰ ਦੇ ਵਿੱਚ ਰਹਿਣ ਵਾਲੇ ਵਪਾਰੀ, ਉਸੇ ਨਗਰ ਦੇ ਵਿੱਚ ਰਹਿਣ ਵਾਲੇ ਅਮੀਰ, ਉਸੇ ਨਗਰ ਦੇ ਵਿੱਚ ਰਹਿਣ ਵਾਲੇ ਰੱਬ ਦੇ ਪਿਆਰੇ, ਉਸੇ ਨਗਰ ਦੇ ਵਿੱਚ ਰਹਿਣ ਵਾਲੇ ਚੋਰ, ਉਸੇ ਨਗਰ ਵਿੱਚ ਰਹਿਣ ਵਾਲੇ ਠੱਗ ਬਹੁਤ ਨੇ, ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਪਰ ਸੱਚ ਜਾਣਿਓ, ਸੁੱਖ ਤਾਂ ਜੇ ਉਹ ਗੁਰੂ ਨਾਲ ਜੁੜੇ ਨੇ। ਸੁੱਖ ਤਾਂ ਗੁਰੂ ਨਾਲ ਜੁੜਨ ਕਰਕੇ ਹੈ ਨਾ, ਸੁੱਖ ਉਹ ਜਗ੍ਹਾ ਤੇ ਰਹਿਣ ਕਰਕੇ ਨਹੀਂ ਹੈ। ਮੰਨ ਲਵੋ ਉਦਾਹਰਨ, ਜੇ ਕੋਈ ਕਵੇ ਵੀ ਮੈਂ ਤਾਂ ਮੱਕੇ ਮਦੀਨੇ ਦੀ ਧਰਤੀ ਤੇ, ਮੱਕੇ ਦੀ ਜਾਂ ਮਦੀਨੇ ਦੀ ਧਰਤੀ ਤੇ ਆਪਣਾ ਵਾਸ ਕਰ ਲਿਆ ਤੇ ਮੈਂ ਤਾਂ ਸੌਖਾ ਹੋ ਗਿਆ, ਨਹੀਂ। ਮੱਕੇ ਮਦੀਨੇ ਦੀ ਧਰਤੀ ਤੇ ਰਹਿਣ ਵਾਲਾ ਵੀ ਦੁਖੀ ਆ। ਜੇ ਕੋਈ ਕਵੇ ਵੀ ਮੈਂ ਤਾਂ ਹਰਿਦੁਆਰ ਰਹਿ ਪਿਆ ਜਾ ਕੇ, ਉੱਥੇ ਗੰਗਾ ਦੇ ਕੰਢੇ ਤੇ ਨਾ ਘਰ ਪਾਲਿਆ ਆਪਣਾ, ਸੌਖਾ ਮੈਂ ਤਾਂ। ਲੋਕ ਗੰਗਾ ਦੇ ਪਾਣੀ ਦੀਆਂ ਇੱਕ ਮਨਮੱਤ ਆ ਨਾ, ਬੋਤਲਾਂ ਭਰ ਭਰ ਲਿਆਉਂਦੇ ਨੇ, ਤੇ ਮੈਂ ਤਾਂ ਉਸੇ ਪਾਣੀ 'ਚ ਇਸ਼ਨਾਨ ਕਰਦਾ, ਉਸੇ ਪਾਣੀ ਨੂੰ ਆਪਣੀ ਦਾਲ ਪਾਣੀ ਸਬਜ਼ੀ ਦੇ ਵਿੱਚ, ਰੋਟੀ ਟੁੱਕ ਦੇ ਵਿੱਚ ਵਰਤਦਾ, ਪੀਨਾ ਵੀ ਆ। ਨਹੀਂ, ਉੱਥੇ ਰਹਿਣ ਨਾਲ, ਉੱਥੇ ਰਹਿ ਕੇ ਗੰਗਾ ਤੇ ਇਸ਼ਨਾਨ ਕਰਨਾ, ਗੰਗਾ ਦਾ ਪਾਣੀ ਵਰਤਣ ਨਾਲ ਸੁੱਖ ਨਹੀਂ। ਸੁੱਖ ਗੁਰੂ ਪਰਮਾਤਮਾ ਦਾ ਉਪਦੇਸ਼ ਸੁਣਨ ਕਰਕੇ, ਮੰਨਣ ਕਰਕੇ।
ਉਹ ਆਪਾਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਚਲੋ ਕੋਈ ਕਵੇ ਆਪਣੀ ਭਾਵਨਾ ਮੁਤਾਬਕ ਵੀ ਮੈਂ ਤਾਂ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਾ ਕੇ ਬਿਲਕੁਲ ਐਨ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਨੂੰ ਸਾਹਮਣੇ ਘਰ ਪਾ ਲਿਆ, ਕੰਧ ਸੰਨ ਆ ਮੇਰੀ ਤਾਂ ਸੁੱਖ ਮਿਲ ਜੂ। ਨਹੀਂ, ਸ਼ਾਇਦ ਇਹ ਸਾਡੇ ਮਨ ਦਾ ਭੁਲੇਖਾ, ਪਰ ਅਜੇ ਬਹੁਤ ਵੱਡਾ ਭੁਲੇਖਾ ਹੈ। ਕੋਈ ਕਿਸ ਪਾਸੇ ਕੋਈ ਕਿਸ ਪਾਸੇ ਮਨੁੱਖ ਆਪਣੀ ਭਾਵਨਾ ਮੁਤਾਬਕ ਧਰਤੀ ਦੀ ਚੋਣ ਕਰਦਾ ਧਾਰਮਿਕ ਘਰ ਨਾਲ ਸੰਬੰਧਤ, ਪਰ ਗੁਰੂ ਸਾਹਿਬ ਜੀ ਕਹਿੰਦੇ ਇਦਾਂ ਨਹੀਂ ਹੋ ਸਕਦਾ। ਕੋਈ ਬਨਾਰਸ ਮਰੇ, ਕੋਈ ਕਾਂਸੀ ਮਰੇ, ਕੋਈ ਕਿਤੇ ਮਗਹਰ ਮਰੇ, ਕੋਈ ਮਗਹਰ ਜਨਮੇ, ਕੋਈ ਬਨਾਰਸ ਜਨਮੇ, ਕਾਂਸੀ ਜਨਮੇ, ਇਦਾਂ ਦੀ ਗੱਲ ਨਹੀਂ ਹੈ। ਭਾਵ ਨਾ ਰਹਿਣ ਨਾਲ ਨਾ ਜਨਮ ਨਾਲ ਕੋਈ ਗੱਲ ਨਹੀਂ ਹੈ, ਪਰ ਜੇ ਗੱਲ ਹੈ ਤਾਂ ਉਹ ਭਾਈ ਪਰਮਾਤਮਾ ਦਾ ਨਾਮ ਜਪਣ ਕਰਕੇ ਆ। ਫਿਰ ਗੁਰੂ ਸਾਹਿਬ ਜੀ ਨੇ ਇੱਥੇ ਜ਼ਿਕਰ ਕੀ ਕੀਤਾ ਸੀ ਵੀ ਉਹ ਧਰਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਬਚਲ ਨਗਰ ਦੇ ਨਾਮ ਨਾਲ ਵਸਾ ਦਿੱਤੀ। ਸੰਖੇਪ ਵਿਚਾਰ ਆ, ਅਬਚਲ ਨਗਰ ਨਾਮ ਉਹ ਧਰਤੀ ਨੂੰ ਦੇ ਦਿੱਤਾ। ਅਬਚਲ ਦਾ ਅਰਥ ਬਣ ਗਿਆ ਸਦਾ ਅਹਿਲ, ਨਾ ਹਿੱਲਣ ਵਾਲਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਵਿੱਚ ਵਿਦਿਆ ਦਾ ਬਹੁਤ ਵੱਡਾ ਰਹਾਸਾ ਨਾ। ਗੁਰੂ ਪਾਤਸ਼ਾਹ ਬਹੁਤ ਇਉਂ ਕਹ ਲਓ ਤੀਖਣ ਬੁੱਧੀ ਦੇ ਮਾਲਕ ਨੇ, ਤੇਜ਼ ਬੁੱਧੀ ਦੇ ਮਾਲਕ ਨੇ। ਆਉਣ ਵਾਲੇ ਭਵਿੱਖ ਬਾਰੇ ਜਾਣਕਾਰੀ, ਨੌਲੇਜ ਉਹਨਾਂ ਨੇ ਆਪਣੀ ਗਿਆਨ, ਵਿਦਿਆ, ਧਰਮ, ਕਲਾ ਦੇ ਸਦਕਾ ਸਾਰਾ ਭਵਿੱਖ ਵੇਖਿਆ। ਉੱਥੇ ਪੱਕਾ ਡੇਰਾ ਲੱਗਿਆ ਗਾ, ਤੇ ਉਹ ਪੱਕਾ ਡੇਰਾ ਜਿਹੜਾ ਲੱਗਿਆ ਉਹ ਇਤਿਹਾਸ ਵਿੱਚ ਤੁਸੀਂ ਜਾਣਦੇ ਹੋ ਵੀ ਕਿਉਂ ਲੱਗਿਆ। ਫਿਰ ਗੁਰੂ ਸਾਹਿਬ ਜੀ ਦਾ ਜਿਹੜਾ ਪੰਜ ਭੌਤਿਕ ਸਰੀਰ ਆ, ਇੱਕ ਤਾਂ ਜੋਤ ਆ ਨਾ, ਆਤਮਿਕ ਜੋਤ, ਅੰਦਰਲੀ ਜੋਤ, ਆਤਮਾ ਜਿਹੜੀ ਪਰਮਾਤਮਾ ਨਾਲ ਅਟੈਚ ਆ, ਉਹ ਜੋਤ ਇਸ ਸਰੀਰ ਵਿੱਚੋਂ ਨਿਕਲ ਗਈ ਤੇ ਪੰਜ ਭੌਤਿਕ ਸਰੀਰ ਉਸ ਧਰਤੀ ਤੇ ਮੇਰੇ ਮਾਲਕ ਨੇ ਆਪਣਾ ਛੱਡਿਆ। ਤੇ ਉਸ ਧਰਤੀ ਤੇ ਪੰਜ ਭੌਤਿਕ ਸਰੀਰ ਛੱਡਣ ਤੋਂ ਪਹਿਲਾਂ ਇਹ ਧਰਤੀ ਨੂੰ ਅਬਚਲ ਦਾ ਨਾਮ ਦੇ ਦਿੱਤਾ ਕਿ ਸਦਾ ਇਹ ਧਰਤੀ ਕਾਇਮ ਰਹੇਗੀ। ਮਤਲਬ ਅਬਚਲ ਨਗਰ ਵਸਾ ਦਿੱਤਾ। ਇਹ ਨਗਰ, ਇਹ ਧਰਤੀ ਸਦਾ ਕਾਇਮ ਰਹੇਗੀ। ਉੱਥੇ ਫਿਰ ਗੁਰਤਾ ਗੱਦੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ ਕਰ ਦਿੱਤੀ। ਅੱਜ ਤੋਂ ਬਾਅਦ ਕੋਈ ਸਰੀਰ ਗੁਰੂ, ਕੋਈ ਰੁੱਖ, ਕੋਈ ਮੜੀ, ਕੋਈ ਮਸਾਨ, ਕੋਈ ਕਬਰ, ਕਿਸੇ ਤਰ੍ਹਾਂ ਦਾ ਕੋਈ ਪਸ਼ੂਆਂ ਦੀ ਪੂਜਾ ਮੇਰਾ ਸਿੱਖ ਨਹੀਂ ਕਰੇਗਾ। ਉੱਥੇ ਬਚਨ ਉਚਾਰਨ ਕੀਤੇ ਹੈ ਨਾ ਵੀ ਅੱਜ ਤੋਂ ਬਾਅਦ ਤੁਹਾਡਾ ਗੁਰੂ, ਸਾਰਿਆਂ ਦਾ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅਬਚਲ, ਨਾ ਹਿੱਲਣ ਵਾਲੀ, ਨਾ ਨਾਸ ਹੋਣ ਵਾਲੀ ਧਰਤੀ, ਉਹ ਥਾਂ ਬਖਸ਼ਿਸ਼ ਕਰਕੇ ਚੰਗਾ ਮੇਰੇ ਮਾਲਕ ਨੇ ਆਪਣੇ ਵੱਲੋਂ ਕੌਤਕ ਉੱਥੇ ਕਰਕੇ ਇੱਕ ਨਹੀਂ ਅਨੇਕਾਂ, ਤੇ ਉਹ ਧਰਤੀ ਸਦਾ ਲਈ ਕਾਇਮ ਕਰ ਦਿੱਤੀ। ਤੇ ਅੱਜ ਸਾਡੀ ਦੁਨੀਆ ਉਹ ਧਰਤੀ ਤੇ ਜਾਂਦੀ ਆ, ਪਰ ਜਾਣ ਵਾਲਿਆਂ ਦੀ ਭਾਵਨਾ ਉੱਥੋਂ ਖਰੀਦਣਾ ਕੀ ਆ ਉਹ ਸਾਡੇ ਤੇ ਡਿਪੈਂਡ ਆ। ਭੁੱਕੀ ਲਿਆਉਣੀ ਆ, ਫੀਮ ਲਿਆਉਂਦੀ ਆ, ਜਾਂ ਕੀ ਕਰਦੇ ਆ ਕੀ ਨਹੀਂ ਕਰਦੇ ਉਹ ਸਾਨੂੰ ਪਤਾ, ਪਰ ਭਾਵਨਾ ਸ਼ੁੱਧ ਉਹ ਕਿਸੇ ਵਿਰਲੇ ਦੀ ਹੋਵੇਗੀ। ਅਬਚਲ ਨਗਰ ਉਹ ਥਾਂ ਵਸਾ ਦਿੱਤਾ ਜਿੱਥੇ ਆਪਣਾ ਪੰਜ ਭੌਤਿਕ ਸਰੀਰ ਛੱਡਤਾ ਗੁਰੂ ਸਾਹਿਬ ਜੀ ਦਾ। ਉੱਥੇ ਅੰਤਮ ਸੰਸਕਾਰ ਹੋਇਆ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਉੱਥੇ ਗੁਰਤਾ ਗੱਦੀ ਮਿਲੀ। ਤੇ ਗੁਰਤਾ ਗੱਦੀ 1708 ਦੇ ਵਿੱਚ ਮੇਰੇ ਮਾਲਕ ਨੇ ਦੇ ਕੇ ਸਦਾ ਦੇ ਲਈ ਆਪਣੇ ਗੁਰਸਿੱਖਾਂ ਨੂੰ ਮੂਰਤੀ ਪੂਜਾ, ਸਰੀਰਕ ਪੂਜਾ, ਪਸ਼ੂ ਰੁੱਖਾਂ ਦੀ ਪੂਜਾ ਤੋਂ ਵਰਜ ਕੇ ਅਕਾਲ ਪੁਰਖ ਕੇ ਬਚਨ ਸੋ ਪ੍ਰਗਟ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਲੜ ਲਾ ਦਿੱਤਾ। ਤੇ ਉਹ ਧਰਤੀ ਕੀ ਬਣ ਗਈ? ਅਬਚਲ। ਤੇ ਫਿਰ ਮੈਂ ਦੁਬਾਰਾ ਬੇਨਤੀ ਕਰੂੰਗਾ, ਅਬਚਲ ਨਗਰ ਕਿਤੋਂ ਲੈਤਾ ਥਾਂ? ਇਹ ਵਾਹਿਗੁਰੂ ਨਾਮ ਕਿਤੋਂ ਲੈਤਾ ਗਾ? ਗੁਰੂ ਗ੍ਰੰਥ ਸਾਹਿਬ ਤੋਂ। ਨਾਮ ਕਿਤੋਂ ਲੈਤਾ ਗਾ? ਗੁਰੂ ਅਰਜਨ ਸਾਹਿਬ ਮਹਾਰਾਜ ਤੋਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਵਾਹਿਗੁਰੂ ਭਲਾ ਕਰੇ ਪਿਤਾ ਸਾਹਿਬਾਨ ਗੁਰੂ ਅਰਜਨ ਦੇਵ ਮਹਾਰਾਜ ਨੇ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਤਾ ਨੇ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦਾਦਾ ਜੀ ਨੇ। ਤੇ ਚੇਤਾ ਰੱਖਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪੜਦਾਦਾ ਜੀ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਦੇ ਮਹਾਰਾਜ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ, ਜਾਣੀ ਕਿ ਆਪਣੇ ਪੜਦਾਦਾ ਜੀ ਤੋਂ ਇਹ ਨਾਮ ਲੈਤਾ ਹੈ ਅਬਚਲ। ਉਹੀ ਸ਼ਬਦ ਅੱਜ ਆਪਾਂ ਪੜ ਰਹੇ ਹਾਂ।
इन्ना का ਆਪਾਂ इतिहास थोड़ा जिहा विचों वेख लिया भी वो अबचल नगर क्यों कहा जाता, क्योंकि सदा उत्थे गुरु ग्रंथ साहब महाराज जी नूं टका दिता। वो धरती परमानेंट सिखां दी एक खिच दा केंद्र बन गई। उत्थे ही गुरु गोबिंद सिंह महाराज ने अपना शरीर छड्डिया। उत्थे ही गुरु गोबिंद सिंह महाराज जी ने अनेकां कौतक कीते। उत्थे ही गुरु ग्रंथ साहब महाराज जी नूं गुरता गद्दी ते सुशोभित कीता गया। उत्थे सुशोभित किया गया ना। फिर पातशाह जी ने पावन बाणी विच भी लिखिया ना, रामदास सोढी गुर तिलक दिया। गुरु पातशाह के पिछे तो रीत है ना, गुर शब्द सच निशान जियो। तिलक काहदा दिता गा? गुर शब्द दा। गुर शब्द दा तिलक उस धरती ते दिता गा। अज उत्थे तिलक आ जिहड़े केसर दे लाए जांदे ने, वो मनमत्ता। ये नहीं है भी आप उत्थे जाके तिलक लवा के ते आपां मन्नांगे भी साडा इत्थे आउणा सफल हो गया। ना ना ना, उस गल तो गुरु साहब ने वरजिया। जो असीं अज कर रहे हैं उत्थे जां गुरु तो उल्ट इत्थे, तां ओह साडीआं सारीआं रीतां गुरु दे अनुसार नहीं हन, तां असीं गुरु दी निगाह च मूर्ख हां। उत्थे ही भाव रामदास सोढी गुर तिलक दिया, गुर शब्द सच निशान जियो। उत्थे शब्द दा तिलक गुरु साहब ने परमानेंट ला दिता। मेरे सिख ने सदा लई शब्द गुरु नूं मनना है। पूजा अकाल की, परचा शब्द का, दीदार खालसे दा। चलो इन्ना का आपां इतिहास थोड़ा जिहा लैता विचों। इत्थे पातशाह ने फिर जिक्र कीता, अबचल नगर गोबिंद गुरु का नाम जपत सुख पाया। राम ते साडा शरीर है जिहड़ा ये सदा टिकण वाला नहीं है, पर शरीर दे विच एक आत्मा गई, जिन्हां ने अपनी आत्मा नूं परमात्मा दे नाल मेल लिया धर्म कला दे राही। साडे कोले ये नहीं है भी कला नहीं है, साडे कोले कला बहुत ज्यादा। विद्या के खेत्र विच अज दा मनुख बहुत ज्यादा अगे आ, पर गुरु ज्ञान के खेत्र च असीं पिछे आ। इधरों हीणे हो गए, कह लो कमजोर हो गए। इसे करके कुछ टाइम पिछे देखिए तो आपां साडे समाज दे विच कोई अपराध हुंदा, कोई कतल हुंदा, साल 6 महीनों तो एक अद्धा। भाव उदों लोग बेशक अनपढ़ सन, कोई विद्या दे बहुते ज्यादा स्कूल नहीं सन खुले वे। अज तां आपां नूं पता ना किन्ने गरीब परिवार होवे, जरूर वो अपने पुत्र धी नूं पढ़ाउंदा। किन्ना कोई छोटा कोई आम पिंड होवे जिहदे विच कोई सहूलत ना होवे, स्कूल तकरीबन हर पिंड दे विच आ। विद्या के खेत्र में अगे है ना, पर चेता रखियो अज साडे कोले विद्या बहुत आ गई ते कतल असीं बहुत करन लग गए। 1 मिनट दे विच बंदा हज़ारां कतल कर दिंदा गा। 1 मिनट दे विच कोई एक अद्धी चोरी हुंदी सी पुराने वक्तां दे विच, थोड़ियां बहुतियां चोरियां, जे कोई चोरी करदा उहनूं सज़ा बहुत वड्डी पता लग जांदा। अज विद्या दे आसरे बंदा पढ़ाई दे खेत्र अनुसार विद्या दे आसरे 1 मिनट दे विच बहुत वड्डे पद्धर ते ठगियां भी मार जांदा, चोरियां भी कर जांदा गा। पर जे धर्म कला होवे ना, सच जाणिओ जे गुरु दा ज्ञान कला होवे, फिर बंदा चेता रखो कदे भी चोरी धोखा ठगी नहीं करेगा। वो पास होवेगा, वो अपनी जिंदगी विच अगे लंघ जावेगा। चलो इत्थे पातशाह ने जिक्र किया, फिर आपां अपने गुरु तो ज्ञान लेके अपने शरीर वल नहीं अपनी आत्मा वल झाती मारनी है। क्योंकि सानू वाहिगुरू जी ने 2 अखां दित्तियां, 2 कंन दिते ने, 2 नक दिते ने, दिमाग दिता गा। इन्हां द्वारियां राही आपां ज्ञान इकत्तर करना, दिमाग दा 10वां द्वार खोलना। चलो एक छोटी जी विचार है, वैसे तुसीं बहुत वारी सवाल भी कीते आ भी 10वां दर की हुंदा गा। रोजाना आपां आनंद साहिब दे विच पढ़दे आ, सौखा साडे याद आ 9 द्वारे प्रगट कीए 10वां गुप्त रखाया। एक सौखी जी परिभाषा, मतलब आपां नमूना बना लो इस तरह दा भी तुहाडे अपने सारे घरां दे विच कोई ना कोई ऐसी जगह है जिथे साडे परिवार दे जरूरी गहने, जरूरी
कोई मेन वडमुੱਲੀ दात पई आ। ਜਿਹੜੀ ਉਹ ਦਾਤ ਆ ਨਾ ਉਹ ਤਕਰੀਬਨ 2-3 ਜਿੰਦਿਆਂ ਦੇ ਹੇਠਾਂ ਹੁੰਦੀ ਆ, ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਲੋਕਰ ਬੋਲਦੇ ਆਂਗੇ, ਆਪਣੀ ਭਾਸ਼ਾ 'ਚ ਬਾਕਸ ਬੋਲਦੇ ਆਂਗੇ, ਡੱਬੇ, ਅਲਮਾਰੀ ਆ ਉਹਨੂੰ ਲੋਕ ਲੱਗਦਾ, ਵੱਡਾ ਗੇਟ ਆ। ਉਦੋਂ ਗਾਹਾਂ ਛੋਟਾ ਗੇਟ ਉਹਨੂੰ ਲੋਕ ਲੱਗਦਾ। ਉਦੋਂ ਗਾਹਾਂ 3 ਨੰਬਰ ਤੇ ਕੋਈ 4 ਨੰਬਰ ਤੇ ਇੱਦਾਂ ਹੋਰ ਛੋਟੇ ਛੋਟੇ ਖਾਨੇ ਬਣੇ ਹੋਏ ਨੇ, ਉਹਨਾਂ ਨੂੰ ਵੀ ਲੋਕ ਲੱਗਦੇ ਆ। पर वो छोटे खाने तक पहुंचने के लिए छोटा खाना जिहड़ा वो कीमती आ, उत्थे गहने पए ने, उत्थे सोना चांदी आदक धन माल पिया गा। ਉਹਦੇ तक पहुंचने के लिए बड़ा गेट खुलना जरूरी है, फिर 2 नंबर वाला खुलना भी जरूरी है, फिर 3 नंबर वाला खुलना भी जरूरी है। जो तिन्ने खुल गए ना फिर वो चौथा नंबर आ जिहड़ा जां 5वां नंबर आ जिहड़ा जिथे गहने पे ना फिर वो खुलूगा। जे कोई चाहे भी पहला भी ना खुलना पवे, दूजा भी ना खुलना पवे, तीजा भी ना खुलना पवे, चेता रखो चौथे तक कदे भी अपनी पहुंच नहीं कर सकता। इवें जिवें धन गुरु ग्रंथ साहिब महाराज जी की विचारधारा सानूं दसदी आ भी वो परमात्मा ने ना साडे शरीर दे रखने बनाया, गोलकां कह लो, वो परमात्मा ने छोटे छोटे दरवाजे बनाए नेगे। वो दरवाजे अखां नक कन मूँह है ना, इन्हां दे राही आपां वो जिहड़ा अंदर एक छोटा खाना ना, छोटा बॉक्स आ जिहड़ा उहदे तक पहुंचना, वो आ दिमाग। कई बार बंदा भुलेखा खाई जांदा रहिंदा भी 10वां द्वार किहड़ा जिहड़ा खुलूगा, कदे किद्दे खुलूगा कोई पता नहीं गा। जदों आपां नूं ज्ञान हो गया ना, गुरु पातशाह दी पावन बाणी दा अंदर टका बन गया, वस गई, तां 10वां द्वार खुल गया। वो पुछण दी लोड़ नहीं है भी किद्दे खुलू, किवें खुलूगा। वो तो गुरु कोले आओ, गुरु खोलण दा तरीका भी दसदा ते गुरु ऐ भी दसदा भी कदों खुलूगा। घड़ी है सुरत मत मन बुद्ध, तिथे घड़ी है सुरत मत मन बुद्ध। हुण गुरु साहब जी ने फिर वो मत बुद्ध की हैगी, वो एक छोटा जिहा गहना गा जिन्हों आपां हीरे मोती आदक दे नाल तोड़ सकते हैं। वैसे उदों भी महंगा गहना गा, चंगी मत। हुण सतगुरु पातशाह जी कहंदे फिर तू इन्हां गोलकां दे राही, इन्हां दरवाजियां दे राही उथों तक पहुंच करनी सी अपनी, पर साडी पहुंच शायद गुरु कृपा करे तुसीं सियाणे बैठे हो भी नहीं होएगी। 9 द्वारे प्रगट किए 10वां गुप्त रखाया। उथों तक पहुंचण दे लई इन्हां दे राही आपां ज्ञान रूपी चाबी अंदर सुट्टनी आ, फिर वो खुलूगा। उथों तक पहुंच चाबू ही भेजनी है कल्ली। हुण जिथे गहने पए ना उत्थे बंदे दा पूरा मन 2 मन दा शरीर नहीं जांदा, उत्थे बंदे दे केवल 2 उंगलां अंगूठा ही जांदा गा। साडे शरीर दा एक छोटा जिहा हिस्सा ही जांदा उत्थों तक, लौकर तक, बिल्कुल गहणिਆਂ तक उंगलां पहुंच गईयां, अंगूठा पहुंच गया, उन्हें ऑटोमैटिक टो के उत्थों गहणे चक ले भी किहड़े चकने आपां लौक खोल के। इवें जिवें साडे वो 10वें दर तक ना पूरे दा पूरा शरीर जां बाहरों कोई मटीरियल वड्डे पੱਧਰ ते नहीं जाना, उत्थे जाना की आ ज्ञान रूपी उंगली जानी आ। उत्थे वो ज्ञान रूपी उंगल ने लौक खोलना गा, ते जिन्हां दा खुल गया फिर पातशाह जी कहंदे उन्हां दे जीवन विच अविद्या खत्म हो जाती है, शुभ विद्या आ जाती है। क्योंकि साडे संसार दी रीत है ना, भगत रविदास ने लिखा हैगा अविद्या जिहड़ी है ये मनुख नूं बिल्कुल खत्म कर दिंदी है। मलीन हो चुकी है बंदे दी विद्या, बंदे दा ज्ञान। वैसे ज्ञान कदे मैला नहीं हुंदा, पर साडी बहुत वड्डी कमजोरी आ जिथे असी अपना तन मैला कीता ना, मन मैला कीता गा, उत्थे असी साडे कोले जो विद्या सी, साडे कोले जो थोड़ा बहुता बाहरी तौर ते ज्ञान सी वो भी मैला कर लिया। उदाहरण चाबी नूं जर लग गई, वो लॉक खोलणों हट गई। ज्ञान सी चाबी, ज्ञान रूपी चाबी हैगी सी, पर होया कि ज्ञान रूपी चाबी नूं जर लग गई, जंग लग गई, मैल लग गई, वो काम करनों हट गई। अपने परिवार दे विच आपां वेखदे आ ना, कई बार चाबी है जिहड़ी वो टेढ़ी विंगी हो जाए, जर लग जाए ते काम करनों हट जाती है। इवें जिवें साडे कोले विद्या सी, साडे कोले ज्ञान सी, पर सतगुरु पातशाह जी कहंदे साडा ज्ञान दा दीवा मैला हो गया। ज्ञान दा दीवा कह लो, ज्ञान दी चाबी कह लो, मैली हो गई, वो 10वें दर नूं लगणों ही हट गई, वो दूरों ही रह गई ते गल नहीं बनेगी।
ਹੁਣ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਕਹਿ ਦਿੱਤਾ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੀ। ਭਾਵਨਾ ਬਣਾ, ਇਸ ਜ਼ਿਕਰ ਕੀ ਕੀਤਾ, ਗੁਰਦੁਆਰੇ। ਗੁਰਦੁਆਰੇ ਤੋਂ ਭਾਵ ਕੀ ਹੈ, ਗੁਰਦੁਆਰੇ ਤੋਂ ਭਾਵ ਨਹੀਂ ਵੀ ਕਈ ਵਾਰ ਆਪਾਂ ਸਰੀਰਕ ਪੱਖ ਦੇ ਨਾਲ ਸਮਝ ਗਏ ਵੀ ਗੁਰਦੁਆਰੇ ਜਾ ਕੇ ਲੋਕ ਖੁੱਲ ਜੂ ਨਾ। ਆਪਾਂ ਸ਼ਾਇਦ ਕੱਲ ਜਾਂ ਪਰਸੋਂ ਸੁਣਿਆ ਸੀ ਵੀ ਕਈ ਵਾਰ ਸਾਡਾ ਸੁਭਾਅ ਜੋ ਪੈਲਸ ਦੇ ਵਿੱਚ ਹੈ ਨਾ, ਮੈਂ ਆਪਣੇ ਸੁਭਾਅ ਦੀ ਗੱਲ ਕਰਾਂ, ਮੈਂ ਪੈਲਸ ਵਿੱਚ ਜਾਵਾਂ, ਉਦਾਹਰਨ ਇੱਕ ਜਾ ਕੇ ਉੱਥੇ ਮੰਦਾ ਚੰਗਾ ਵੇਖਿਆ, ਮੰਦਾ ਚੰਗਾ ਸੁਣਿਆ, ਮੰਦਾ ਚੰਗਾ ਮੇਰੀ ਜ਼ੁਬਾਨ ਬੋਲੀ ਵੀ ਗਈ, ਉਵੇਂ ਉਵੇਂ ਸੁਰ ਤਾਲ ਮਿਲਦਾ ਗਿਆ। ਕਈ ਵਾਰ ਇੱਥੇ ਆ ਕੇ ਵੀ ਸਾਡਾ ਸੁਭਾਅ ਉਦਾਂ ਦਾ ਹੀ ਬਣਿਆ ਰਹਿੰਦਾ ਹੈਗਾ, ਉਵੇਂ ਬੋਲਦੇ ਆਉਣੇ ਆ, ਉਵੇਂ ਅੰਦਰ ਦਿਮਾਗ ਵਿੱਚ ਕੁਝ ਸੁਣਦੇ ਆਉਣੇ ਆ, ਉਵੇਂ ਸਿੱਧੇ ਜੇ ਡਾਂਗ ਵਾਂਗੂ ਤੁਰੇ ਆਉਣੇ ਆ। ਕੋਈ ਨਿਮਰਤਾ, ਕੋਈ ਹੱਥ ਜੋੜਨ ਵਾਲੀ ਭਾਵਨਾ, ਕੋਈ ਇਦਾਂ ਦੀ ਨਹੀਂ ਬਣੇਗੀ। ਉਵੇਂ ਤੁਰੇ ਆਏ, ਉਵੇਂ ਮਾੜਾ ਵੇਖੀ ਗਏ, ਉਹੀ ਸੇਮ ਖਿਆਲ ਬਣੇ ਰਹੇ ਨਾ। ਫਿਰ ਤਾਂ ਚੇਤਾ ਰੱਖਿਓ, ਗੋਬਿੰਦ ਪਾਤਸ਼ਾਹ ਜੀ ਨੇ ਸਾਨੂੰ ਅੱਜ ਦੇ ਸ਼ਬਦ ਵਿੱਚ ਦੱਸ ਦਿੱਤਾ। ਫਿਰ ਚੇਤਾ ਰੱਖਿਓ ਪਿਆਰ ਵਾਲਿਓ, ਫਿਰ ਉਹ ਪੈਲਸ ਦੇ ਵਿੱਚ ਜੋ ਕੁਝ ਵੇਖਿਆ, ਜੋ ਕੁਝ ਸੁਣਿਆ, ਜੋ ਕੁਝ ਗਾਇਆ, ਤੇ ਸੇਮ ਇਹੀ ਆਦਤ ਇੱਥੇ ਬਣੀ ਰਹੀ, ਫਿਰ ਕੋਈ ਫਾਇਦਾ ਨਹੀਂ ਹੋਵੇਗਾ, ਹਨਾ। ਪਤਾ ਲੱਗ ਗਿਆ ਨਾ। ਫਿਰ ਤਾਂ ਅੱਜ ਦਾ ਹੁਕਮਨਾਮਾ ਸ਼ਾਇਦ ਤੁਸੀਂ ਪੜ੍ਹ ਕੇ ਆਉਂਦੇ ਹੋ, ਸਾਰੇ ਸਿਆਣੇ ਹੋਗੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਨਿਵਲ ਭੁੰਗਮ ਸਾਧੇ ਪੰਜ ਜਨਾ ਸਿਓ ਸੰਗ ਨਾ ਛੁੱਟ ਕਿਉ, ਅਦਕ ਆਹਾਂ ਬੁੱਧ ਵਾਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੇ ਦੁਆਰੇ। ਬਖਸ਼ਿਸ਼ ਕਿੱਥੇ ਹੋਣੀ ਆ, ਹਾਰ ਪਰਿਓ ਸੁਆਮੀ ਕੇ ਦੁਆਰੇ। ਦੀਜੇ ਬੁੱਧ ਵਿਵੇਕਾ, ਗੁਰੂ ਤੋਂ ਚੰਗੀ ਮੱਤ ਗਿਆਨ ਪ੍ਰਾਪਤ ਕਰਕੇ, ਧਰਮ ਕਲਾ ਪ੍ਰਾਪਤ ਕਰਕੇ। ਧਰਮ ਕਲਾ ਨੇ ਸਾਡਾ ਅੰਦਰਲਾ ਲੋਕ ਆ ਜਿਹੜਾ ਉਹ ਖੋਲ ਦੇਣਾ। 9 ਦੁਆਰੇ ਪ੍ਰਗਟ ਕੇ 10ਵਾਂ ਗੁਪਤ ਰਖਾਇਆ। ਆਪਣੇ ਵਿਚਾਰ ਸੀ ਗੁਰਦੁਆਰਾ। ਗੁਰਦੁਆਰੇ ਤੋਂ ਭਾਵ ਗੁਰੂ ਨੂੰ ਅੱਡ ਕਰ ਲੋ, ਦੁਆਰੇ ਨੂੰ ਅੱਡ ਕਰ ਲੋ। ਗੁਰੂ ਦੇ ਰਾਹੀਂ ਅਰਥ ਕੀ ਬਣ ਗਿਆ, ਗੁਰਦੁਆਰੇ ਇਮਾਰਤ ਦੀ ਗੱਲ ਨਹੀਂ, ਗੁਰੂ ਦੇ ਰਾਹੀਂ। ਗੁਰੂ ਦੇ ਰਾਹੀਂ ਬਖਸ਼ਿਸ਼ ਹੋਣੀ ਆ। ਉਹ ਗੁਰੂ ਸਾਡੇ ਘਰ 'ਚ ਵੀ ਹੋ ਸਕਦਾ, ਉਹ ਗੁਰੂ ਸਾਨੂੰ ਕਿਸੇ ਗੁਆਂਢੀ ਦੇ ਘਰ 'ਚੋਂ ਵੀ ਆਹ ਗੁਰੂ ਦਾ ਭਾਵ ਗਿਆਨ ਮਿਲ ਸਕਦਾ ਗਾ ਜੇ ਲੈਣਾ ਚਾਹੀਏ। ਤੇ ਇਹ ਗਿਆਨ ਸਾਨੂੰ ਗੁਰੂ ਕੀ ਸੰਗਤ ਵਿੱਚ ਆ ਕੇ ਵੀ ਮਿਲ ਸਕਦਾ, ਪਰ ਗੁਰੂ ਦੇ ਰਾਹੀਂ ਕੰਮ ਹੋਣਾ। ਗੁਰਦੁਆਰੇ ਨਹੀਂ, ਗੁਰੂ ਦੇ ਰਾਹੀਂ। ਗੁਰਦੁਆਰੇ ਦਾ ਅਰਥ ਉੱਥੇ ਗੁਰੂ ਰਾਹੀਂ। ਸੂਹੀ ਰਾਗ ਦੇ ਵਿੱਚ ਆਪਾਂ ਪਹਿਲਾਂ ਵੀ ਇੱਕ ਸ਼ਬਦ ਪੜ੍ਹਿਆ ਗੁਰੂ ਨਾਨਕ ਸਾਹਿਬ ਦਾ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਅਹੀਂ ਲਿਖਿਆ ਨਾ, ਪਹਿਲੇ ਪਾਤਸ਼ਾਹ ਨੇ ਲਿਖਿਆ ਗੁਰੂ ਦੁਆਰਾ ਹੋਏ। ਅੱਖਰੀ ਅਰਥ ਕੀ ਬਣ ਗਏ ਵੀ ਗੁਰਦੁਆਰੇ ਜਾ ਕੇ ਸੋਝੀ ਮਿਲ ਜੂ, ਅਕਲ ਮਿਲ ਜੂ। ਬਿਲਕੁਲ ਅੱਖਰੀ ਅਰਥ ਸਾਡੇ ਦਿਮਾਗ ਮੁਤਾਬਕ ਸਹੀ ਨੇ, ਪਰ ਹੁਣ ਇੰਨਾ ਕੱਪ ਨੂੰ ਵੇਖਣਾ ਪਵੇਗਾ। ਸ਼ਾਇਦ ਅੱਜ ਦੇ ਸਮੇਂ ਵਿੱਚ ਜਦੋਂ ਆਪਾਂ ਗਿਆਨ ਦਾ ਸੀਸਾ ਐਨਕ ਲਾ ਕੇ ਵੇਖਾਂਗੇ ਨਾ, ਤਾਂ ਨਹੀਂ, ਇਹ ਸਾਨੂੰ ਥੋੜੇ ਜਿਹੇ ਅਰਥਾਂ ਵਿੱਚ ਦਿੱਕਤ ਆਊਗੀ। ਨਹੀਂ ਭਾਈ, ਸੁਧਰੇ ਨਹੀਂ, ਅਕਲ ਆਈ ਨਹੀਂ, ਹਨਾ। ਫਿਰ ਇੱਥੇ ਮਤਲਬ ਕੀ ਬਣ ਗਿਆ, ਗੁਰੂ ਦੇ ਰਾਹੀਂ। ਗੁਰੂ ਦੇ ਰਾਹੀਂ ਹੀ ਸਾਡਾ ਜੀਵਨ ਬਦਲਣਾ ਹੈਗਾ। ਚਲੋ ਪਾਤਸ਼ਾਹ ਜੀ ਕਹਿੰਦੇ ਫਿਰ ਭਾਈ ਉਹ 10ਵੇਂ ਦੁਆਰ ਤੱਕ ਧਰਮ ਵਿਦਿਆ, ਧਰਮ ਕਲਾ ਕਹਿ ਲੋ, ਧਰਮ ਦੀ ਸੋਝੀ, ਉਸ ਨੇ ਤੇਰੇ 10ਵੇਂ ਦੁਆਰ ਨੂੰ, ਦਿਮਾਗ ਨੂੰ ਖੋਲਣਾ ਹੈ। ਵਿਦਿਆ ਮਨੁੱਖ ਦਾ ਤੀਜਾ ਨੇਤਰ, ਕੋਈ ਸ਼ੱਕ ਨਹੀਂ। ਪਰ ਮੈਂ ਇੱਕ ਥੋੜੀ ਜਿਹੀ ਗੱਲ ਫਿਰ ਕਹਾਂਗਾ, ਗਾਹਾਂ ਤੁਰਿਆ ਨਹੀਂ ਜਾਂਦਾ, ਕਈ ਵੀ ਰੁਕਣਾ ਪੈ ਜਾਂਦਾ ਆਪਾਂ ਨੂੰ। ਅਜੇ ਤੱਕ ਸਾਡੇ ਸੰਸਾਰ ਦੇ ਲੋਕਾਂ ਨੇ, ਚਲੋ ਸੰਸਾਰ ਦੇ ਲੋਕਾਂ ਨੂੰ ਛੱਡੋ, ਆਪਾਂ ਆਪਣੀ ਗੱਲ ਕਰ ਲਈਏ। ਮੇਰੇ ਵਰਗੇ ਬਾਬੇ ਜਾਂ ਆਮ ਸੰਗਤ, ਉਹਨਾਂ ਨੇ ਸ਼ਿਵ ਜੀ ਨੂੰ ਮਾਨਤਾ ਦਿੱਤੀ ਹੋਈ ਆ। ਸ਼ਾਇਦ ਮੇਰੇ ਖਿਆਲ ਮੁਤਾਬਕ, ਬੁਰਾ ਨਾ ਮਨਾਇਓ, ਆਪਣੇ ਦਿਮਾਗ ਵਿੱਚ, ਆਪਣੇ ਅੰਦਰ ਵੀ ਕਿਤੇ ਨਾ ਕਿਤੇ ਉਹ ਥਾਂ ਬਣਾਈ ਬੈਠਾ। ਬੁਰਾ ਨਾ ਮਨਾਇਓ। ਕਹਿੰਦੇ ਦੁਨੀਆ ਦੇ ਵਿੱਚ ਤਾਂ ਦੁਨੀਆ ਦੇ ਲੋਕਾਂ ਦੀਆਂ ਦੋ ਹੀ ਅੱਖਾਂ ਖੁੱਲੀਆਂ। ਕਹਿੰਦੇ ਕੇਵਲ ਦੁਨੀਆ ਦੇ ਵਿੱਚ ਇੱਕੋ ਹੀ ਹੋਇਆ ਹੈਗਾ। ਇਹ ਲੋਕਾਂ ਦੀ ਭਾਵਨਾ ਆ ਗਈ। ਚਲੋ ਤੁਸੀਂ ਸਿਆਣੇ ਹੋ, ਸਮਝਦਾਰ ਹੋ, ਬਖਸ਼ਿਸ਼ ਹੋ ਗਈ, ਉਹ ਵੱਖਰੀ ਗੱਲ ਆ। ਪਰ ਦੁਨੀਆ ਦੀ ਭਾਵਨਾ ਕੀ ਕਹਿੰਦੀ ਆ? ਕਹਿੰਦੇ ਸ਼ਿਵ ਜੀ ਦਾ ਤੀਜਾ ਨੇਤਰ ਖੁੱਲਿਆ ਹੋਇਆ ਸੀ, ਬਾਕੀ ਸਭ ਦੇ ਤੀਜੇ ਨੇਤਰ ਬੰਦ ਨੇ। ਜਦੋਂ ਆਪਾਂ ਗੁਰੂ ਕੋਲੇ ਆਉਣੇ ਆ, ਗੁਰੂ ਕਹਿੰਦਾ ਨਹੀਂ, ਖੁੱਲ ਤੇਰਾ ਵੀ ਜਾਊਗਾ, ਪਰ ਖੋਲਣ ਦੀ ਕੋਸ਼ਿਸ਼ ਕਰ। ਉਹ ਤੀਜਾ ਨੇਤਰ ਧਰਮ ਕਲਾ, ਤੀਜਾ ਨੇਤਰ ਵਿਦਿਆ, ਤੀਜਾ ਨੇਤਰ ਸੁਰਤ ਦੀ ਅੱਖ। ਤੀਜਾ ਨੇਤਰ ਕਿਹੜਾ ਗਾ? ਸੁਰਤ ਦੀ ਅੱਖ। ਉਹ ਸੁਰਤ ਦੀ ਅੱਖ ਖੁੱਲਣੀ ਹੀ 10ਵਾਂ ਦਰ ਖੁੱਲਣਾਗਾ। ਉੱਥੇ ਉਹਦੀ ਗਿਣਤੀ 10ਵੇਂ ਨੰਬਰ ਤੇ ਕੀਤੀ ਹੈ, ਇੱਥੇ ਤੀਜੇ ਨੰਬਰ ਤੇ ਕੀਤੀ ਆ।
फर्क पै गया ना। जिमें कई बार गिणती वध हुंदी है, सैज छोटा हुंदा। जिवें सौखा मान लवो, बच्चे दे बूट लैणे आपां, दुकानदार ने 8 नंबर लिआंदे। बड़े वीर दे बूट लैणे आपां, जुत्ती लैणी है मान लो, दुकानदार ने 5 नंबर लिआंदे। हुण ਜਿਹੜੇ ਬੰਦੇ ਨੂੰ ਸਮਝ ਨਹੀਂ, ਉਹ ਸੋਚੂਗਾ ਵੀ ਬੱਚੇ ਦੇ 8 ਨੰਬਰ, ਬੰਦੇ ਦੇ 5 ਨੰਬਰ, ਇਹ ਕੀ ਗੱਲ ਬਣੀ। ਜਿਹਨੂੰ ਸਮਝ ਆ ਗਈ ਉਹ ਸਮਝੂ ਵੀ ਉਹਨਾਂ ਦਾ ਕੋਡ ਵਾਰਡ ਹੈਗਾ, ਉੱਥੇ ਉਹਨਾਂ ਨੇ ਵੱਡੇ ਸਾਈਜ਼ ਦੇ ਵਿੱਚ 5 ਨੰਬਰ ਦਿੱਤਾ ਗਾ, ਇੱਥੇ ਇਹਨਾਂ ਨੇ ਛੋਟੇ ਸਾਈਜ਼ ਦੇ ਵਿੱਚ 8 ਨੰਬਰ ਦਿੱਤਾ ਗਾ। ਉੱਥੇ ਬੰਦਾ ਜਿਹੜਾ ਸਮਝਣ ਵਾਲਾ ਸਮਝੂਗਾ। ਇਵੇਂ ਜਿਵੇਂ ਗੁਰੂ ਨੇ ਉੱਥੇ 10 ਨੰਬਰ ਤੇ ਗਿਣਤੀ, ਇੱਥੇ 3 ਨੰਬਰ ਤੇ ਕਰਤੀ। ਉੱਥੇ 10 ਨੰਬਰ ਤੇ ਕਹਿਤਾ 9 ਦੁਆਰੇ ਪ੍ਰਗਟ ਕੀ 10ਵਾਂ ਗੁਪਤ ਰਖਾਇਆ, ਉਹਨੂੰ ਖੋਲ। ਇੱਥੇ ਕਹਿਤਾ ਸੁਰਤ ਦੀ ਅੱਖ ਨੂੰ ਖੋਲ। ਤੇ ਅਸੀਂ ਮੰਨ ਲਿਆ, ਕਹਿੰਦੇ ਉਹ ਤਾਂ ਕੱਲੇ शिव जी ਦੀ ਖੁੱਲੀ ਆ, ਸਾਡੀ ਨਾ ਖੁੱਲੇ ਨਾ ਅਸੀਂ ਖੁੱਲ ਗਏ, ਅਸੀਂ ਖੁੱਲ ਕੇ ਲੈਣਾ ਵੀ ਕੀ ਆ। ਪਰ ਗੁਰੂ ਸਾਹਿਬ ਜੀ ਨੇ ਕਹਿਤਾ ਜਿੰਨਾ ਟਾਈਮ ਤੂੰ ਸੁਰਤ ਦੀ ਅੱਖ ਧਰਮ ਕਲਾ ਦੇ ਰਾਹੀਂ, ਵਿਦਿਆ ਦੇ ਰਾਹੀਂ ਨਹੀਂ ਖੋਲੇਗਾ, ਉਹਨਾਂ ਟਾਈਮ ਤੂੰ ਅਬਚਲ ਨਗਰ ਦੇ ਵਿੱਚ ਪ੍ਰਵੇਸ਼ ਨਹੀਂ ਹੋ ਸਕਦਾ। ਵਿਚਾਰ ਆਪਣੀ ਅਬਚਲ ਨਗਰ ਗੁਰੂ ਗੋਬਿੰਦ ਕਾ, गुरु गोबिंद का, क्यों? गोबिंद परमात्मा, गुरु वो परमात्मा जिहड़ा साडी जिंदगी च हनेरे तो प्रकाश विच लै जावे। अगे लिखिया नाम जपत सुख पाया, भाव ज्ञान प्राप्त करके नाम जप के उहदा शुकराना करके ही असी सुख पा सकते हैं। चेता रखियो, घर कदे भी किसी नूं सुख नहीं दिंदा, कदे जमा के वेखियो। ਮੰਨ ਲਓ ਨਾ, ਜੇ ਆਪਾਂ ਕਹੀਏ ਗੱਡੀ ਸਾਨੂੰ ਸੁੱਖ ਦੇ ਦੂ, ਨਾ, ਉਹਨੇ ਲੋੜ ਪੂਰੀ ਕੀਤੀ ਹੈ, ਸੁੱਖ ਨਹੀਂ ਦਿੰਦੀ। ਉਹ ਕਿਸੇ ਤਰ੍ਹਾਂ ਦਾ ਕੋਈ ਹੋਰ ਖਾਣ ਪੀਣ ਨਾਲ ਸਾਡੀ ਭੁੱਖ ਮਰ ਸਕਦੀ ਆ, ਸੁੱਖ ਨਹੀਂ ਹੈ। ਅਜੇ ਤੱਕ ਅਸੀਂ ਸੁੱਖ ਦੀ ਪਰਿਭਾਸ਼ਾ ਨੂੰ ਸਮਝ ਨਹੀਂ ਸਕੇਗੇ। ਸੁੱਖ ਕੀ ਆ? ਸ਼ਾਂਤੀ। ਸੁੱਖ ਕੀ ਆ? ਸਹਿਜ। ਸੁੱਖ ਕੀ ਆ? ਟਕਾ। ਸੌਖਾ ਸਮਝ ਲਓ। ਸੁੱਖ ਕੀ ਆ? ਚਿੰਤਾ, ਝੋਰੇ, ਬੈਰ, ਈਰਖਾ ਤੋਂ ਮੁਕਤ ਹੋ ਜਾਣਾ। ਹੁਣ ਗੱਡੀ ਮਹਿੰਗੀ ਆ, ਈਰਖਾ ਬਹੁਤ ਵੱਡੀ ਆ, ਹੰਕਾਰ ਬਹੁਤ ਵੱਡਾ ਗਾ, ਕੋਠੀ ਬਹੁਤ ਵੱਡੀ ਆ, ਨਾਲ ਹੰਕਾਰ ਵੀ ਉਨਾ ਹੀ ਵੱਡਾ ਗਾ। ਕਿੱਥੇ ਸੁੱਖ ਮਿਲ ਗਿਆ? ਨਹੀਂ ਮਿਲਿਆ। ਵੱਡੇ ਮਹਿਲ ਵਿੱਚ ਰਹਿ ਕੇ ਵੀ ਸੁੱਖ ਨਹੀਂ ਹੈ। ਤਾਈਓ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਨਾ, ਸੂਹੀ ਰਾਗ ਦੇ ਵਿੱਚ ਹੀ ਗੁਰਦੇਵ ਪਾਤਸ਼ਾਹ ਨੇ ਜ਼ਿਕਰ ਕੀਤਾ। ਕੀ ਲਿਖਿਆ ਗਾ? ਪਾਤਸ਼ਾਹ ਜੀ ਕਹਿੰਦੇ ਨਾ, ਕਹਿੰਦੇ ਜੇ ਕੋਈ ਮਨੁੱਖ ਝੌਂਪੜੀ ਦੇ ਵਿੱਚ ਵੀ ਰਹਿੰਦਾ ਹੋਵੇ ਨਾ, ਝੌਂਪੜੀ ਦੇ ਵਿੱਚ ਵੀ ਰਹਿੰਦਾ ਹੋਵੇ ਤਾਂ ਝੌਂਪੜੀ ਦੇ ਵਿੱਚ ਰਹਿਣ ਵਾਲਾ ਵੀ ਸੌਖਾ ਜੀਵਨ ਬਤੀਤ ਕਰਦਾ। ਸੁੱਖ ਉਹਦੇ ਕੋਲੇ ਵੀ ਹੈਗਾ ਗਾ। ਸੁੱਖ ਤਾਂ ਉਹਦੇ ਕੋਲੇ ਵੀ ਹੈਗਾ ਜਿਹਦੇ ਸਿਰ ਤੇ ਘਾਹ ਦੀ ਪੰਡ ਆ, ਤੇ ਉਹ ਵੀ ਬਹੁਤ ਦੁਖੀ ਆ ਜਿਹਦੇ ਸਿਰ ਤੇ ਸੋਨੇ ਚਾਂਦੀ ਦੀ ਪੰਡ ਆ। ਚਲੋ ਇੱਕ ਇਧਰਲੇ ਪਾਸੇ ਆਪਾਂ ਥੋੜਾ ਜਾ ਕੇ, ਸੁੱਖ ਤੋਂ ਭਾਵ ਤੁਸੀਂ ਸਾਰੇ ਸਮਝਦਾਰ ਹੋ, ਸ਼ਾਂਤੀ, ਸਹਿਜ, ਟਕਾ, ਚਿੰਤਾ ਤੋਂ, ਝੋਰੇ ਤੋਂ, ਵਿਸ਼ੇ ਵਿਕਾਰਾਂ ਤੋਂ ਮੁਕਤ ਹੋਣਾ। ਫਿਰ ਪਾਸ਼ਾ ਕਹਿੰਦੇ ਨਾਮ ਜਪਤ ਸੁੱਖ ਪਾਇਆ। ਨਾਮ ਜਪ ਕੇ ਹੀ ਸੁੱਖ ਆ ਜਿਹੜਾ ਉਹ ਪ੍ਰਾਪਤ ਕਰ ਸਕਦੇ ਹਾਂ। ਜਿੰਨਾ ਟਾਈਮ ਨਾਮ ਜਪ ਕੇ ਸੁਰਤ ਦੀ ਅੱਖ ਦਾ ਲੋਕ ਨਹੀਂ ਖੁੱਲਦਾ, ਜਿੰਨਾ ਟਾਈਮ 10ਵਾਂ ਦਰ ਨਹੀਂ ਖੁੱਲਦਾ, ਉਹਦੇ ਤੱਕ ਪਹੁੰਚ, ਮਤਲਬ ਗਿਆਨ ਦੀ ਪਹੁੰਚ ਨਹੀਂ ਹੁੰਦੀਗੀ, ਉਹਨਾਂ ਟਾਈਮ ਸਾਨੂੰ ਸੁੱਖ ਨਹੀਂ ਮਿਲੇਗਾ। ਗਿਆਨ ਉਦੋਂ ਉਰਾਂ ਉਰਾਂ ਹੀ ਰਹਿ ਜਾਂਦਾ, ਧੁਰ ਤੱਕ ਨਹੀਂ ਪਹੁੰਚਦਾ। ਜਿਵੇਂ ਸਿਆਣੇ ਡਾਕਟਰ ਦੱਸਦੇ ਨੇ, ਵੈਸੇ ਆਪਾਂ ਨੂੰ ਉਸ ਗੱਲ ਦੀ ਨੌਲੇਜ ਨਹੀਂ ਹੈ, ਉਹ ਦੱਸਣ ਮੁਤਾਬਕ ਆ ਜਾਂ ਪੜ੍ਹਨ ਮੁਤਾਬਕ ਕਹਿ ਲਓ ਵੀ ਜਿਹੜੇ ਸਾਹ ਲੈਂਦੇ ਨਾ ਅਸੀਂ, ਇਹ ਸਾਹ ਸਾਡਾ ਧੁੰਨੀ ਤੱਕ ਜਾਣਾ ਚਾਹੀਦਾ, ਪਰ ਸਾਡੇ ਸਾਹਾਂ ਦਾ ਸਰਕਲ ਆ ਜਿਹੜਾ ਕਦੇ ਧਿਆਨ ਨਾਲ ਦੇਖਿਓ, ਗਲ ਤੋਂ ਬਸ 2-4 ਉਂਗਲਾਂ ਥੱਲੇ ਚੱਲਦਾ ਗਾ, ਉਦੋਂ ਧੁਰ ਤੱਕ ਨਹੀਂ ਜਾਂਦਾ ਗਾ। ਤੇ ਗੁਰੂ ਸਾਹਿਬ ਨੇ ਸਾਨੂੰ 5 ਪਿਆਰੇ ਸਿੰਘ ਸਾਹਿਬਾਨ ਵੀ ਦੱਸਦੇ ਨਾ, ਨਾਮ ਜਪਣ ਦੀ ਵਿਧੀ, ਵੀ ਲੰਬਾ ਸਾਹ ਅੰਦਰ ਖਿੱਚ ਕੇ ਲੈਣਾ, ਫਿਰ ਛੱਡਣਾ, ਫਿਰ ਖਿੱਚਣਾ, ਫਿਰ ਛੱਡਣਾ। ਇੱਦਾਂ ਤੁਸੀਂ ਅੱਧਾ ਘੰਟਾ ਜਿੰਨਾ ਵੀ ਟਾਈਮ ਤੁਹਾਡੇ ਕੋਲੇ ਹੈ, ਉਹ ਪਰਮਾਤਮਾ ਦਾ ਸਵਾਸ ਨਾਮ ਜਪਣਾ, ਧੁਨ ਤੱਕ ਸਾਹ ਜਾਣਾ ਚਾਹੀਦਾ ਗਾ। ਪਰ ਜਿਹੜਾ ਸਾਡਾ ਸਰਕਲ ਆ ਰੋਜ਼ ਦੀ ਕਿਰਿਆ, ਉਹ ਗੱਲ ਦੇ ਥੋੜਾ ਜਿਹਾ ਥੱਲੇ ਤੱਕ ਹੀ ਸੀਮਤ ਆ, ਉਦੋਂ ਗਾਹਾਂ ਨਹੀਂ। ਇਵੇਂ ਜਿਵੇਂ ਜੋ ਅਸੀਂ ਇੱਥੇ ਗੱਲ ਕਹਿਣੀ ਸੀ, ਆਪਾਂ ਗੱਲ ਅੱਗੇ ਬਿਆਨ ਕਰਨੀ ਸੀ ਨਾ, ਉਹ ਇਹ ਆ ਵੀ ਜਿਹੜਾ ਗਿਆਨ ਰੂਪੀ ਸਾਂਗ ਆ ਜਿਹੜਾ, ਉਹ ਸੁਰਤ ਤੱਕ ਜਾਂ 10ਵੇਂ ਦੁਆਰ ਤੱਕ ਨਹੀਂ ਜਾਂਦਾ, ਉਦੋਂ ਉਰਾਂ ਤੋਂ ਹੀ ਉਹ ਵਾਪਸ ਮੁੜ ਆਉਂਦਾ। ਬੱਚਾ ਘਰੋਂ ਸਕੂਲ ਆਇਆ, ਕੋਈ ਸ਼ੱਕ ਨਹੀਂਗਾ, ਪਰ ਵਿਚਾਰਾ ਨਾ ਸਕੂਲ ਦੇ ਗੇਟ ਤੋਂ ਹੀ ਵਾਪਸ ਆ ਗਿਆ। ਮਾਤਾ ਪਿਤਾ ਨੂੰ ਇਦਾਂ ਬਣ ਗਿਆ ਵੀ ਮੇਰਾ ਬੱਚਾ, ਮੇਰਾ ਪੁੱਤ ਪੜ੍ਹਿਆ ਆ, ਉਹ ਤਾਂ ਬਾਹਰ 'ਚ ਹੀ ਆਸੇ ਪਾਸੇ ਗੇੜੇ ਖਾ ਕੇ ਮੁੜਿਆ ਆ। ਪੋਜੀਸ਼ਨ ਕੀ ਆ? ਕੋਈ ਨਹੀਂ, ਪਾਸ ਹੋਇਆ ਨਹੀਂ ਹੋਇਆ, ਫੇਲ ਹੋ ਗਿਆ।
ਲਾਂਭਾ ਟੀਚਰ ਨੂੰ ਆ ਸਾਡਾ ਪੁੱਤ ਫੇਲ ਹੋ ਗਿਆ, ਉਹ ਕਹਿੰਦਾ ਕਦੇ ਸਕੂਲ ਨਹੀਂ ਆਇਆ, ਮਾਪੇ ਕਹਿੰਦੇ ਰੋਜ਼ ਆਉਂਦਾ ਸੀ, ਫਰਕ ਪੈ ਗਿਆ। ਫਿਰ ਗੁਰੂ ਸਾਹਿਬ ਜੀ ਕਹਿੰਦੇ ਪੁੱਤ ਲਾਂਭਾ ਨਾ ਦੇਈ ਸੀ, ਲਾਂਭਾ ਦਿੱਤਾ, ਸਾਨੂੰ ਅਕਲ ਨਹੀਂ ਆਈ, ਸਾਡਾ ਨੁਕਸਾਨ ਹੋ ਗਿਆ, ਸਾਡੀ ਐਦਾਂ ਦੀ ਗੜਬੜ ਹੋ ਗਈ। ਗੁਰੂ ਸਾਹਿਬ ਕਹਿੰਦੇ ਫਿਰ ਤੂੰ 9ਵੇਂ 10ਵੇਂ ਦੁਆਰ ਤੱਕ ਨਹੀਂ ਪਹੁੰਚਿਆ, ਤੇਰਾ ਭਾਵ ਗਿਆਨ ਤਾਂ ਪਿੱਛੇ ਪਿੱਛੇ ਰਹਿ ਜਾਂਦਾ ਸੀ, ਸੁਰਤ ਦੀ ਅੱਖ ਤੱਕ ਤੂੰ ਆਪਣੀ ਪਹੁੰਚ ਨਹੀਂ ਕੀਤੀ ਗੀ। ਚਲੋ ਨਾਮ ਜਪਤ ਸੁਖ ਪਾਇਆ। ਫਿਰ ਅੱਗੇ ਲਿਖਿਆ ਮਨ ਇੱਛੇ ਸੋਈ ਫਲ ਪਾਏ, ਕਰਤਾ ਆਪ ਵਸਾਇਆ, ਉਹ ਸ਼ਹਿਰ ਪਰਮਾਤਮਾ ਨੇ ਆਪ ਵਸਾਇਆ ਹੈ। ਆਤਮਾ ਜਿਹਦੇ ਨਾਲ ਪਰਮਾਤਮਾ ਦੀ ਅਟੈਚਮੈਂਟ ਆ, ਉਹ ਸ਼ਹਿਰ ਆਪ ਵਸਾਇਆ। ਵੈਸੇ ਆਪਾਂ ਪਿੱਛੇ ਸੁਣਿਆ ਸੀਗਾ ਵੀ ਸਰੀਰ ਦੀ ਜਿਹੜੀ ਬਣਤਰ ਆ ਉਹ ਪਰਮਾਤਮਾ ਨੇ ਆਪ ਬਣਾਈ ਆ, ਪਰ ਨਾਮ ਮਾਂ ਪਿਓ ਦਾ ਪੈ ਜਾਂਦਾ ਗਾ, ਉਹ ਆਪਾਂ ਨਹੀਂ ਪਾਇਆ, ਗੁਰੂ ਸਾਹਿਬ ਨੇ ਖੁਦ ਬਾਣੀ ਚ ਲਿਖਿਆ ਹੈਗਾ ਮਾਂ ਕੀ ਰਕਤ ਪਿਤਾ ਬਿਨ ਤਾਰਾ। ਚਲੋ ਜਿਹੜੀ ਅੱਗੇ ਜੋਤ ਆ ਉਹ ਪਰਮਾਤਮਾ ਨੇ ਪਾਈ ਆ। ਇਸੇ ਕਰਕੇ ਰੱਬ ਇੱਕ ਤੇ ਰੱਬ ਦੇ ਬਣਾਏ ਹੋਏ ਬੰਦੇ ਮਨੁੱਖਤਾ ਇੱਕ ਹੈ। ਇਹ ਉਪਦੇਸ਼ ਸਾਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਦੱਸਦਾ ਗਾ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ, ਇੱਕ ਓੰਕਾਰ। ਇਹ ਉਪਦੇਸ਼ ਕੇਵਲ ਗੁਰੂ ਦਿੰਦਾ ਗਾ, ਹੋਰ ਕੋਈ ਸ਼ਾਇਦ ਧਰਮ ਗ੍ਰੰਥ ਨਹੀਂ ਦਿੰਦਾ ਗਾ। ਉਹਨਾਂ ਵਿੱਚ ਵੰਡੀਆਂ ਨੇ ਜਾਤਾਂ, ਮਜ਼ਹਬਾਂ, ਨਸਲਾਂ, ਫਿਰਕਿਆਂ ਦੇ ਆਧਾਰ ਤੇ। ਪਰ ਇੱਕ ਹੈਰਾਨੀ ਦੀ ਗੱਲ ਆ, ਜਿਸ ਗੁਰੂ ਨੇ ਇੱਕ ਦੀ ਗੱਲ ਕੀਤੀ ਆ, ਉਸ ਗੁਰੂ ਦੇ ਇਰਦ ਗਿਰਦ ਅੱਜ ਵੰਡੀਆਂ ਪੈ ਗਈਆਂ। ਆ ਥੋੜੇ ਜਿਹੇ ਦਿਨਾਂ ਦੀ ਗੱਲ ਆ, ਕਿਸੇ ਨਗਰ ਦੇ ਵਿੱਚ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਦੇ ਸੰਬੰਧੀ ਨਗਰ ਕੀਰਤਨ ਹੋਣਾ ਸੀ। 2 ਦਿਨਾਂ ਦੀ ਗੱਲ ਹੀ ਆ। ਉੱਥੋਂ ਦੇ ਪ੍ਰਬੰਧਕ ਸਾਹਿਬਾਨ ਕਹਿੰਦੇ ਨਾ ਵੀ ਅਸੀਂ ਬੱਚਿਆਂ ਨੂੰ ਗੱਤਕਾ ਨਹੀਂ ਖੇਡਣ ਦੇਵਾਂਗੇ। ਕਿਉਂ? ਸਵਾਲ ਹੋਇਆ ਵੀ ਕਿਉਂ? ਕਹਿੰਦੇ ਇਹ ਬੱਚੇ ਭਾਈ ਗਰੀਬ ਘਰਾਂ ਦੇ ਬੱਚੇ ਨੇ, ਨਿੱਕੀਆਂ ਜਾਤਾਂ ਦੇ ਬੱਚੇ ਨੇ, ਅਸੀਂ ਨਹੀਂ ਗੱਤਕਾ ਖੇਡਣ ਦਿੰਦੇਗੇ। ਚਲੋ ਉਹ ਜਿਹੜੇ ਗੱਤਕੇ ਦੀ ਕਮਾਂਡ ਕਰਨ ਵਾਲਾ ਵੀਰ ਸੀ, ਸਿਆਣਾ ਕਹ ਲੋ, ਸਿਆਣਾ ਸੀ, ਉਹ ਕਹਿੰਦਾ ਚਲੋ ਕੋਈ ਗੱਲ ਨਹੀਂ, ਨਾ ਖੇਡਣ ਦਿਓ। ਪਹਿਲੀ ਗੱਲ ਤਾਂ ਕਿੱਡੀ ਘਟੀਆ ਗੱਲ ਆ ਵੀ ਖੇਡਣ ਨਹੀਂ ਦਿੱਤਾ। ਅੱਛਾ, ਗੁਰੂ ਨੂੰ ਨਗਰ ਵਿੱਚ ਗਿੜੇ ਕਿਹਨੂੰ, ਆਪਾਂ ਗਿੜੇ ਲਫ਼ਜ਼ ਬੋਲਾਂਗੇ ਤੇ ਗਿੜੇ ਕਿਹਨੂੰ ਖਵਾਉਣੇ ਆ ਉਹਨਾਂ ਨੇ? ਗੁਰੂ ਗ੍ਰੰਥ ਸਾਹਿਬ ਨੂੰ। ਗੁਰੂ ਗ੍ਰੰਥ ਸਾਹਿਬ ਦੀ ਉਪਦੇਸ਼ ਕੀ ਆ? ਇੱਕ ਦਾ। ਪਰਮਾਤਮਾ ਇੱਕ ਹੈ, ਪਰਮਾਤਮਾ ਦੀ ਬਣਾਈ ਹੋਈ ਮਨੁੱਖਤਾ ਇੱਕ ਹੈ। ਅੱਛਾ, ਜਿਹੜੇ ਗੁਰੂ ਨੇ ਉਪਦੇਸ਼ ਦੇਣਾ, ਉਸ ਗੁਰੂ ਨੂੰ ਗੇੜੇ ਕਢਾਉਣ ਵਾਲੇ ਕੀ ਕਹਿੰਦੇ ਨੇ? ਕਹਿੰਦੇ ਅਸੀਂ ਇਹਨਾਂ ਨੂੰ ਖੇਡਣ ਨਹੀਂ ਦੇਣਾ। ਉਹਨਾਂ ਨੇ ਸਿਆਣਾ ਕੰਮ ਕੀ ਕੀਤਾ? ਤੁਰੰਤ ਉਹਨਾਂ ਸਾਰੇ ਬੱਚਿਆਂ ਦੇ ਮਾਤਾ ਪਿਤਾ ਨੇ ਰੋਸ ਹੋਇਆ, ਪਰ ਉਹ ਸਿਆਣੇ ਬੰਦੇ ਨੇ ਗਾਈਡ ਕੀਤਾ ਵੀ ਤੁਸੀਂ ਰੋਸ ਨਾ ਕਰੋ, ਕੋਈ ਗੱਲ ਨਹੀਂ, ਆਪਾਂ ਇਹਨਾਂ ਦਾ ਜਵਾਬ ਬਾਅਦ ਚ ਦੇਵਾਂਗੇ। ਤੇ ਕਹਿੰਦੇ ਉਹਨਾਂ ਨੇ ਪ੍ਰਸ਼ਾਦ ਤਿਆਰ ਕਰ ਲਿਆ, ਕੜਾਹ ਪ੍ਰਸ਼ਾਦ ਤਿਆਰ ਕਰਕੇ ਉਸ ਤੋਂ ਬਾਅਦ ਕੀ ਕੀਤਾ? ਉਹਨਾਂ ਬੱਚਿਆਂ ਨੇ ਹੀ ਆਪਣੇ ਹੱਥਾਂ ਦੇ ਨਾਲ, ਜਿਹੜੇ ਸੱਜਣਾ ਨੇ ਮਨਾ ਕੀਤਾ ਸੀ ਨਾ ਖੇਡਣ ਤੋਂ, ਉਹਨਾਂ ਨੂੰ ਪ੍ਰਸ਼ਾਦ ਆਪਣੇ ਹੱਥਾਂ ਦੇ ਨਾਲ ਖਵਾਇਆ। ਖਵਾਉਣ ਤੋਂ ਬਾਅਦ ਨਾ ਪਤਾ ਕੀ ਕਿਹਾ? ਜਿਨ੍ਹਾਂ ਨੂੰ ਗੱਤਕਾ ਖੇਡਣ ਨਹੀਂ ਦਿੱਤਾ, ਉਹ ਤੁਹਾਡੀ ਨਿਗਾਹ ਦੇ ਵਿੱਚ ਨਿੱਕੀਆਂ ਜਾਤਾਂ ਦੇ ਬੱਚੇ ਸਨ, ਤੇ ਨਿੱਕੀਆਂ ਜਾਤਾਂ ਵਾਲਿਆਂ ਨੇ ਹੀ ਤੁਹਾਨੂੰ ਆਪਣੇ ਹੱਥਾਂ ਦੇ ਨਾਲ ਰਸਦ ਇਕੱਠੀ ਕਰਕੇ, ਆਪਣੇ ਹੱਥਾਂ ਦੇ ਨਾਲ ਕੜਾਹ ਪ੍ਰਸ਼ਾਦ ਬਣਾ ਕੇ, ਆਪਣੇ ਹੱਥਾਂ ਦੇ ਨਾਲ ਕੌਲੀਆਂ ਦੇ ਵਿੱਚ ਕੜਾਹ ਪ੍ਰਸ਼ਾਦ ਪਾ ਕੇ ਤੁਹਾਨੂੰ ਖਵਾਇਆਗਾ। ਹੁਣ ਜਵਾਬ ਦਿਓ ਖਾਣ ਵਾਲਿਓ, ਹੁਣ ਇਹ ਕੜਾਹ ਕਿਉਂ ਖਾਧਾ, ਇਹ ਪ੍ਰਸ਼ਾਦ ਕਿਉਂ ਖਾਧਾ? ਜਵਾਬ ਦਿਓ। ਬਕਾਇਦਾ ਉਹ ਸੋਸ਼ਲ ਮੀਡੀਆ ਤੇ ਖਬਰ ਪਈ ਆ। ਹੁਣ ਸੋਚ ਕੇ ਦੇਖੋ, ਜਿਹੜਾ ਗੁਰੂ ਕਹਿੰਦਾ ਇੱਕ ਗੁਰੂ ਆ, ਇੱਕ ਪਰਮਾਤਮਾ, ਇੱਕ ਮਨੁੱਖਤਾ, ਫਿਰ ਉੱਥੇ ਅੱਜ ਦਾ ਸੁਭਾਅ ਕੀ ਬਣ ਗਿਆ? ਅੱਛਾ, ਇਹ ਸੁਭਾਅ ਕਿਹਦਾ ਸੀ? ਮਨੂ ਸਿਮਰਤੀ ਦਾ। ਹੁਣ ਮਨੂ ਸਿਮਰਤੀ ਦਾ ਇਹ ਸੁਭਾਅ ਸਾਡੇ ਜੱਗ ਦੇ ਵਿੱਚ ਸਾਨੂੰ ਪਤਾ ਹੈਗਾ, ਪਰ ਉਹ ਮਿਲਾ ਕਿਹਦੇ ਨਾਲ ਦਿੱਤਾ? ਸੋਚ ਕੇ ਦੇਖੋ। ਹੁਣ ਵਿਚਾਰਧਾਰਾ ਸਾਡੇ ਗੁਰਦੁਆਰੇ 'ਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਫੁੱਲਤਾ ਜਾਂ ਮਨੂ ਸਿਮਰਤੀ ਦੀ ਪ੍ਰਫੁੱਲਤਾ, ਇਹ ਗੌਰ ਆਪਾਂ ਕਰ ਸਕਦੇ ਆ। ਆਪਣੀ ਵਿਚਾਰ ਸੀ ਵੀ ਪਰਮਾਤਮਾ ਇੱਕ ਹੈ। ਆਪਾਂ ਤਾਈਓ ਕਹਿੰਦੇ ਆ ਏਕ ਪਿਤਾ ਏਕ ਸਕੇ ਹਮ ਵਾਰਕ। ਇਸੇ ਕਰਕੇ ਕਹਿੰਦੇ ਆ ਸਾਡੇ ਸਰੀਰਾਂ ਨੇ ਜਨਮ ਅੱਡੋ ਅੱਡ ਥਾਵਾਂ ਤੇ ਲਿੱਤਾ ਗਾ। ਨਗਰ ਵੀ ਅੱਡੋ ਅੱਡਾ, ਮੁਹੱਲੇ ਵੀ ਅੱਡੋ ਅੱਡਾ, ਸਾਡੇ ਸਰੀਰਾਂ ਦੇ ਜਨਮ ਲੈਣ ਵਾਲੇ ਥਾਂ ਵੀ ਅੱਡੋ ਅੱਡ ਨੇ, ਉਹ ਸਰੀਰ ਵੀ ਅੱਡੋ ਅੱਡ ਨੇ। ਪਰ ਜਿਹੜੀ ਅਗਲੀ ਗੱਲ ਆ ਨਾ, ਜਿਹੜੀ ਇੱਥੇ ਗੁਰੂ ਸਾਹਿਬ ਨੇ ਕਹੀ ਹੈ ਵੀ ਜਿਹੜੀ ਉਹ ਸਰੀਰ ਦੇ ਵਿੱਚ ਜੋਤ ਆ, ਉਹ ਇੱਕ ਪਰਮਾਤਮਾ ਨੇ ਪਾਈ ਆ। ਤਾਈਓ ਅਸੀਂ ਇੱਕ ਪਰਮਾਤਮਾ ਦੇ ਇੱਕੋ ਹੀ ਬੱਚੇ ਆ।
ਇੱਕੇ ਪਰਮਾਤਮਾ ਦੇ ਬੱਚੇ ਤਾਈਓ ਇਸੇ ਕਰਕੇ ਆ, ਉਹ ਜੋਤ ਅੰਦਰ ਟਿਕਾਉਣ ਵਾਲਾ ਪਰਮਾਤਮਾ ਇੱਕ ਹੈ। ਉਹ ਜੋਤ ਨੂੰ ਜਨਮ ਕਿਸੇ ਮਾਂ ਨੇ ਨਹੀਂ ਦਿੱਤਾ, ਉਹ ਜੋਤ ਨੂੰ ਜਨਮ ਕਿਸੇ ਵੀ ਵਿਅਕਤੀ ਨੇ ਆਪਣੀ ਹਿੰਮਤ ਨਾਲ ਨਹੀਂ ਦਿੱਤਾਗਾ। ਉਹ ਜੋਤ ਨੂੰ ਜਨਮ ਦੇਣ ਵਾਲਾ ਕੇਵਲ ਤੇ ਕੇਵਲ ਪਰਮਾਤਮਾ ਗਾ, ਜਿਹਨੂੰ ਕਿਹਾ ਜਾਂਦਾ ਸਭ ਮਹਿ ਜੋਤ, ਜੋਤ ਹੈ ਸੋਏ। ਇੱਥੇ ਪਾਤਸ਼ਾਹ ਨੇ ਲਿਖਿਆ, ਮਨ ਇੱਛੇ ਸਈ ਫਲ ਪਾਏ, ਕਰਤਾ ਆਪ ਵਸਾਇਆ ਰਾਮ। ਉਹ ਆਤਮਾ ਪਰਮਾਤਮਾ ਨੇ ਆਪ ਤਿਆਰ ਕੀਤੀ ਹੈ। ਉਹ ਪਰਮਾਤਮਾ ਨੇ ਜਿਹੜੀ ਆਤਮਾ ਤਿਆਰ ਕੀਤੀ ਆ ਨਾ, ਉਹਦੇ ਮਟੀਰੀਅਲ ਦਾ ਅੱਜ ਤੱਕ ਕਿਸੇ ਵੀ ਖੋਜਦਾਨੀ ਨੂੰ ਪਤਾ ਨਹੀਂ ਲੱਗਿਆਗਾ। ਜਿਨ੍ਹਾਂ ਨੇ ਖੋਜਾਂ ਕੀਤੀਆਂ ਨਾ, ਉਹਨਾਂ ਨੂੰ ਪਤਾ ਨਹੀਂ ਲੱਗਿਆਗਾ। ਖੋਜਕਾਰਾਂ ਨੇ ਮੰਨ ਲਿਆ ਵੀ ਸਰੀਰ ਪੰਜ ਤੱਤਾਂ ਦਾ, ਪੰਜ ਤੱਤ ਉਹਨਾਂ ਨੇ ਚੈੱਕ ਕਰ ਲਏ, ਬਕਾਇਦੇ ਹੀ ਪੰਜ ਤੱਤ ਨੇ, ਹਵਾ, ਮਿੱਟੀ, ਪਾਣੀ, ਅੱਗ, ਆਕਾਸ਼। ਪਰ ਜਿਹੜੀ ਉਹ ਜੋਤ ਆ, ਉਹਦੀ ਅਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਖੋਜ ਨਹੀਂ ਹੋ ਸਕੇਗੀ ਵੀ ਪਤਾ ਲੱਗ ਜਾਵੇ ਉਹ ਜੋਤ ਕਾਸ ਤੋਂ ਬਣੀ ਆ, ਕਿਵੇਂ ਬਣੀ ਆ, ਉਹਨੂੰ ਜੋਤ ਨੂੰ ਆਪਾਂ ਬਣਾ ਸਕਦੇ ਆ ਜਾਂ ਨਹੀਂ ਬਣਾ ਸਕਦੇ। ਇਸ ਕਰਕੇ ਵਿਗਿਆਨ ਉਹ ਜੋਤ ਨੂੰ ਪਰਖਣ ਤੇ, ਜੋਤ ਬਣਾਉਣ ਤਾਂ ਦੂਰ ਦੀ ਗੱਲ ਰਹਿ ਗਈ, ਜੋਤ ਨੂੰ ਪਰਖਣ ਤੇ ਹੀ ਫੇਲ ਹੈ, ਤੇ ਜੋਤ ਬਣਾਉਣ ਵਾਲਾ ਉਹ ਪਾਸ ਆ। ਉਹਨੇ ਕਿੰਨੀਆਂ ਜੋਤਾਂ ਬਣਾਈਆਂ ਨੇ ਕੋਈ ਪਤਾ ਨਹੀਂ, ਕੋਈ ਗਿਣਤੀ ਨਹੀਂ ਗੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ, ਉਹ ਜੋਤ ਨੂੰ ਵਸਾਉਣ ਵਾਲਾ ਪਰਮਾਤਮਾ ਸਦਾ ਅਬਨਾਸੀ ਹੈ, ਸਦਾ ਅਬਚਲ ਹੈ, ਸਦਾ ਅਬਚਲ ਉਹਦੀ ਜੋਤ ਹੈ। ਉਹਦੀ ਜੋਤ ਬਣਾਈ ਹੋਈ, ਉਹਦਾ ਭਾਵ ਅੰਦਰ ਦਾ ਸਿਸਟਮ ਬਣਾਇਆ ਹੋਇਆ ਖਤਮ ਨਹੀਂ ਹੁੰਦਾ। ਉਹਨੂੰ ਗੁਰੂ ਸਾਹਿਬ ਨੇ ਕੀ ਕਿਹਾਗਾ, ਸਦਾ ਰਹਿਣ ਵਾਲਾ ਹੈ, ਉਹ ਨਾਸ ਹੋਣ ਵਾਲਾ ਨਹੀਂ ਹੈ। ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਮਨ ਇੱਛੇ ਸੋਈ ਫਲ ਪਾਏ, ਕਰਤਾ ਆਪ ਵਸਾਇਆ ਰਾਮ। ਉਹ ਪਰਮਾਤਮਾ ਨੇ ਜੋਤ ਆਪ ਹੀ ਵਸਾਈ ਹੈ। ਅੱਗੇ ਗੁਰੂ ਸਾਹਿਬ ਜ਼ਿਕਰ ਕਰਦੇ ਨੇ, ਕਰਤਾ ਆਪ ਵਸਾਇਆ, ਸਰਬ ਸੁਖ ਪਾਇਆ। ਉਹ ਕਰਤਾ ਵਾਹਿਗੁਰੂ ਜੀ ਨੇ ਆਪ ਸਭ ਕੁਝ ਵਸਾ ਦਿੱਤਾ। ਫਿਰ ਪਾਤਸ਼ਾਹ ਜੀ ਕਹਿੰਦੇ, ਆਪ ਵਸਾਉਣ ਤੋਂ ਬਾਅਦ ਆਪ ਹੀ ਉਸਨੇ ਸਾਰੇ ਰਿਸ਼ਤੇ ਨਾਤੇ ਜੋੜੇ ਨੇ। ਸਭ ਤੋਂ ਮੇਨ ਰਿਸ਼ਤਾ ਮਾਤਾ ਤੇ ਪਿਤਾ ਦਾ ਹੁੰਦਾ ਗਾ। ਮਾਤਾ ਤੇ ਪਿਤਾ ਦਾ ਜਿਹੜਾ ਰਿਸ਼ਤਾ ਗਾ, ਉਹ ਸਾਡੀ ਇੱਛਾ ਮੁਤਾਬਕ ਨਹੀਂ ਹੈ। ਕੋਈ ਵੀ ਨੌਜਵਾਨ ਬੱਚਾ ਬੱਚੀ ਇਹ ਨਹੀਂ ਕਹਿ ਸਕਦਾ ਮਾਤਾ ਪਿਤਾ ਮੇਰੀ ਮਨਪਸੰਦ ਦੇ ਨੇ, ਜੋ ਮੇਰੇ ਮਨ ਦੇ ਖਿਆਲ ਆ ਉਹਨਾਂ ਮੁਤਾਬਕ ਨੇ ਨਾ। ਅੱਛਾ, ਪੁੱਤਰ ਧੀਆਂ ਉਹ ਪਰਮਾਤਮਾ ਨੇ ਆਪਣੇ ਵੱਲੋਂ ਦਾਤਾਂ ਬਖਸ਼ੀਆਂ ਨੇ, ਉਹਨਾਂ ਦਾ ਰਿਸ਼ਤਾ ਵੀ ਉਹ ਪਰਮਾਤਮਾ ਨੇ ਖੁਦ ਆਪ ਬਣਾਇਆਗਾ। ਅੱਗੇ ਪਾਸੇ ਜ਼ਿਕਰ ਕਰਦੇ ਨੇ, ਸਰਬ ਸੁਖ ਪਾਇਆ, ਪੁੱਤ ਭਾਈ ਸਿੱਖ ਬਗਾਸੇ। ਪੁੱਤ ਭਾਈ ਸਿੱਖ ਬਗਾਸੇ। ਬਗਾਸੇ ਤੋਂ ਭਾਵ ਖਿੜਨਾ, ਹੱਸਣਾ, ਖੁਸ਼ ਰਹਿਣਾ। ਉਹ ਆਪਾਂ ਕੱਲ ਗੱਲ ਕੀਤੀ ਸੀ, ਖੁਸ਼ੀ ਹੈ ਜਿਹੜੀ ਬੰਦੇ ਦੀ, ਉਹ ਬੰਦੇ ਨੂੰ ਹਮੇਸ਼ਾ ਦੇ ਲਈ ਤਾਕਤਵਰ ਬਣਾ ਕੇ ਰੱਖਦੀ ਆ। ਪਰ ਅੱਜ ਖੁਸ਼ੀ ਹੈ ਜਿਹੜੀ, ਉਹ ਸਾਡੇ ਸਮਾਜ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ। ਅੱਗੇ ਪਰਿਵਾਰ ਮਿਲਦਾ, ਇੱਕ ਦੂਜੇ ਨੂੰ ਖੁਸ਼ੀ ਚੜ੍ਹਦੀ ਸੀ। ਹੁਣ ਇੱਕ ਦੂਜੇ ਨੂੰ ਕੋਈ ਰਿਸ਼ਤੇਦਾਰ ਭੈਣ ਭਾਈ ਮਿਲੇ, ਨਾਰਾਜ਼ਗੀ ਹੁੰਦੀ ਹੈ, ਕਿੱਥੇ ਆ ਗਿਆ, ਕਿੱਥੇ ਰੋਡਾ ਲੱਗਿਆ, ਹਨਾ, ਇਦਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਆ। ਜੇ ਕੋਈ ਮਿਲ ਗਿਆ ਫਿਰ ਅਸੀਂ ਆਪਣੇ ਫੋਨ ਤੇ ਬਿਜੀ ਆ, ਅਗਲਾ ਆਪਣੇ ਫੋਨ ਤੇ ਬਿਜੀ ਆ, ਜਾਂ ਕੀ ਕਹਾਂਗੇ ਅਸੀਂ ਕੰਮ ਤੇ ਜਾਂਦੇ ਹਾਂ, ਤੁਸੀਂ ਆ ਨਾਟਕ ਝਿਟਕ ਵੇਖੋ, ਫਿਲਮਾਂ ਵੇਖੋ, ਤੁਹਾਨੂੰ ਅਸੀਂ ਲਾ ਦਿੰਦੇ ਆ, ਸਾਡੀ ਕੋਠੀ ਵੇਖ ਲਓ, ਤੁਹਾਡਾ ਖਾਣਾ ਦਾਣਾ ਟਾਈਮ ਤੇ ਆ ਜਾਊਗਾ। ਅਗਲਾ 20 ਮਿੰਟ ਅੱਧਾ ਘੰਟਾ ਵੇਖਦਾ ਭੱਜਿਆ ਆਉਂਦਾ। ਪਰ ਖੁਸ਼ੀ ਵਾਲਾ ਸਿਸਟਮ ਆ ਜਿਹੜਾ ਉਹ ਖਤਮ ਹੋ ਗਿਆ, ਜਾਂ ਹੋਣ ਦੇ ਕਿਨਾਰੇ ਕਹਿ ਲਓ। ਇੱਥੇ ਪਾਤਸ਼ਾਹ ਜੀ ਕਹਿੰਦੇ, ਪੁੱਤ ਭਾਈ ਸਿੱਖ ਵਿਗਾਸੇ ਰਾਮ। ਉਹ ਰੱਬੀ ਪਿਆਰੇ ਜਿਨ੍ਹਾਂ ਦਾ ਸੰਬੰਧ ਗੁਰੂ ਨਾਲ ਜੁੜ ਜਾਂਦਾ, ਉਹ ਚਾਹੇ ਪੁੱਤ ਦੇ ਰੂਪ 'ਚ ਆ, ਭਾਈ ਦੇ ਰੂਪ 'ਚ ਆ, ਦੋਸਤ ਮਿੱਤਰਾਂ ਦੇ ਰੂਪ 'ਚ ਆ, ਉਹ ਸਦਾ ਖਿੜੇ ਰਹਿੰਦੇ ਨੇ, ਉਹ ਸਦਾ ਖੁਸ਼ ਰਹਿੰਦੇ ਨੇ। ਗੁਣ ਗਾਵੇ ਪੂਰਨ ਪਰਮੇਸ਼ਰ, ਕਾਰਜ ਆਇਆ ਰਾਸੇ। ਉਹ ਰੱਬੀ ਪਿਆਰੇ ਰੱਬ ਦੇ ਗੁਣ ਗਾਉਂਦੇ ਨੇ ਤੇ ਉਹਨਾਂ ਦੇ ਕਾਰਜਾਂ ਦੇ ਵਿੱਚ ਉਹ ਪਰਮਾਤਮਾ ਜ਼ਰੂਰ ਸਫਲਤਾਵਾਂ ਬਖਸ਼ਦਾ ਹੈ। ਪ੍ਰਭ ਆਪ ਸੁਆਮੀ, ਆਪੇ ਰੱਖਾ, ਆਪ ਪਿਤਾ, ਆਪ ਮਾਇਆ। ਉਹ ਮਾਲਕ ਪਰਮਾਤਮਾ ਸਾਡਾ ਸਾਰਿਆਂ ਦਾ, ਆਪ ਪਿਤਾ, ਆਪ ਮਾਇਆ। ਮਾਇਆ ਦਾ ਅਰਥ ਇੱਥੇ ਮਾਂ। ਮਾਇਆ ਦਾ ਅਰਥ ਆਪਾਂ ਰੁਪਈਏ ਵੀ ਕਰਦੇ ਨੇ ਨਾ। ਮਾਇਆ ਦਾ ਅਰਥ ਕਈ ਰੂਪਾਂ 'ਚ ਹੁੰਦਾ ਹੈਗਾ, ਇੱਥੇ ਮਾਇਆ ਦਾ ਅਰਥ ਹੈ ਮਾਂ। ਆਪ ਪਿਤਾ, ਆਪ ਮਾਇਆ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਕਹੋ ਨਾਨਕ ਸਤਿਗੁਰ ਬਲਿਹਾਰੀ, ਜਿਨ ਇਹ ਥਾਨ ਸੁਹਾਇਆ। ਅਸੀਂ ਉਸ ਪਰਮਾਤਮਾ ਤੋਂ ਸਦਕੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਜਿਸ ਪਰਮਾਤਮਾ ਨੇ ਇਹ ਥਾਂ ਆਪ ਬਣਾ ਦਿੱਤਾ।
जिस परमात्मा ने ये थां आप बनाया, असीं वो परमात्मा तो बलहार जाते हाँ। हुण गल कित्थे पहुँच गई? जो पहली गल अपनी आरंभ हुई सी, अबचल नगर गोबिंद गुरु का, भाव वो नगर नूं देख के असीं सदके जाते हाँ, उस परमात्मा का शुकराना करते हाँ जिने ना नाश होने वाला नगर बनाया गा। जो अबचल नगर की गल आउंदी साडा ध्यान हजूर साहब हो जाता गा। चलो कोई गुनाह नहीं है, जाना चाहिए गा। वो भी अबचल नगर आ, क्यों? क्योंकि उत्थे 5 भौतिक सरीर छड्डिया मेरे मालक ने। उसे धरती ते गुरु ग्रंथ साहब दे लड़ लाया सानू। उसे धरती ते अनेका मेरे मालक ने कौतक कीते नेगे। अबचल नगर वो ना गुरु गोबिंद सिंह ने आप नहीं रखिया, वो अपने पड़दादे तो नाम लेता, अपने पड़दादे तो नाम लिया। पड़दादे ने फिर कित्थों दी नाम दिता? हो ना नगर दा कित्थों दी रखिया गा? वो ना रखिया गा गुरु ग्रंथ साहब दी बाणी राही। जिहड़ा अज दा हुक्म आया, जिहड़ा अज दा शब्द पढ़िया आपां, ये शब्द हुक्मनामे रूप विच उत्थे आया ते गुरु साहब ने पहले अखर दे उत्ते वो नां रख दिता भी ये नगर दा नां अबचल नगर है। उदा आप हजूर साहब नदेड़ की धरती महाराष्ट्र का इलाका आप मानते हैं है ना, पर उत्थे गुरु साहब ने अपने परदादा जी तो नाम लेके सदा अबचल बना दिता। ना नाश होने वाला वो कदे नाश नहीं होगा, ना होया ना होवे ना होना, रहिंदी दुनिया तक। हाँ पूरी दुनिया ही नाश हो जाए तो वखरी गल आ, पर वो नाश नहीं होगा। वो भी अबचल नगर है। एक अबचल नगर साडी आत्मा परमात्मा ने आप बनाई है। जिस परमात्मा ने आप आत्मा बनाई है ना, तो वो परमात्मा का असीं शुकराना करिए। वो आत्मा नूं कोई मिट्टी हवा अग आकाश मटीरियल नहीं लाया। वो आत्मा की है उहदे बारे नहीं पता लग्या। वो आत्मा कित्थों आई आ उहदे बारे भी सानूं कोई पता नहीं लग्या। वो आत्मा किवें आई आ इहदे बारे भी सानूं पता नहीं लग्या। ये सानूं तां की पता लगना गा, साडे संसार दे विग्यानी लोक भी इस विषय ते फेल ने। अज बहुते कहंदे ना गुरबाणी बहुती वड्डी गल नहीं, माफ करना मैं अपने कन्नां दे नाल सुनिया, कहंदे तां किताब दा रूप है एक, जिवें आपां अखबार पढ़ लिया, लेख पढ़ ले, आपां कोई आम हिस्टरी पढ़ ली, इदां ही कहंदे गुरबाणी आ। कहंदे विज्ञान उत्तम आ, वो लोग कहते हैं, कहते विज्ञान उत्तम आ। हुण चेता रखियो विज्ञान उत्तम किते किवें हो सकती है? गुरबाणी विच लिखिया भी जिहड़ी आत्मा परमात्मा ने बनाई है, साडे अंदर जिंद कह लो जान कह लो देसी भाषा च, वो पाई आ, ओदा आउणा कित्थों होया इहदा नहीं पता लग्या। उहदे च मटीरियल की आ उहदा नहीं पता लग्या। आपां सारी गल सुन लई ते शरीर चों निकल के कित्थे वो चली जाती है उहदे बारे नहीं पता लग्या। पर गुरु ने इन्नी गल जरूर कहती, वो ना नाश होने वाली है, वो नाश नहीं हुंदी। शरीर नाश हो जाता, आत्मा नाश नहीं होंदी। वो आत्मा नूं अबचल नगर कहा। अबचल नगर गोबिंद गुरु का नाम जपत सुख पाया। फिर गुरु साहब जी कहते ओ जोत बनी देख के ना तू रोज रब दा शुक्र करया कर। कहो नानक सतगुर बलिहारी जिन यह थान, थान तो भाव थां सुहाया, जिस परमात्मा ने सोहनी थां सोहनी जगह बनाई आ, मैं वो रब जी का शुक्र करदा हाँ, धन्नवाद करदा हाँ, वो तो सदा बलिहार जांदा हाँ। इत्थों तक समाप्ति। बोलदे तो अखर वध घट रह जांदा। गुरु ते गुरु की संगत बख्शण जोग है सब दा धन्नवाद जी। वाहिगुरु जी का खालसा वाहिगुरु जी की फतेह। राम कली महला तीजा आनंद एको ओंकार सतगुर प्रसाद आनंद भया मेरी माए सतगुरु मैं पाया। सतगुरता पाया सह सिद्धि मन वजियां बधाइयां। राग रतन परिवार परियां शब्द गावण आईयां। शब्दोता गावो हरि केरा मन जिनी वसाया। कहे नानक आनंद होआ सतगुरु मैं पाया। ए मन मेरिया तू सदा रहो हर नाले, हर नाल रहो तू मन मेरे। दुख सब विसारना अंगीकारो करे तेरा, कारज सब सवारना। सबना गल्लां समरथ स्वामी सो क्यों मनो विसारे। कह नानक मन मेरे सदा रहो हर नाले। साचे साहिबा क्या नाही करते रह, करता तेरा सब किस है जिस देहे सो पावे। सदा शिव सलाह तेरी ना मन वसावे। नाम जिन कै मन वसिया बाजे शब्द कनेरे। कह नानक सच्चे साहिब क्या नाही करते रह। साचा नाम मेरा आधारो, साच नाम आधार मेरा। जिन भुखा सब गवाइयां, कर सांत सुख मन आए वसिया। जिन इच्छा सब पूजाइयां, सदा कुर्बान कीता गुरु बिटो।
ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨੋ ਸੰਤੋ, ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਬਾਜੇ ਪੰਜ ਸ਼ਬਦਤ ਕਰ ਸੁਭਾਗੈ ਸ਼ਬਦ ਬਾਜੇ, ਕਲਾ ਜਿਤ ਕਰ ਧਾਰਿਆ ਪੰਜ ਦੂਤ ਦਵਾਸ ਕੀਤੇ, ਕਾਲ ਕੰਠ ਕੋ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੇ। ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ